ਪਰਾਲੀ ਦੀ ਸਮੱਸਿਆ ਨੂੰ ਨਿਜਾਤ ਦਿਵਾਉਣ ਵਾਲੇ ਪ੍ਰਪੋਜ਼ਲ ਦੀ ਜੋ ਪੰਜਾਬ ਦੀ ਸਰਕਾਰ ਦੇ ਵੱਲੋਂ ਬਣਾਇਆ ਗਿਆ ਤੇ ਇਸ ਪ੍ਰਪੋਜ਼ਲ ਦੇ ਮੁਤਾਬਿਕ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਤਾਂ ਕਿ ਉਹ ਪਰਾਲੀ ਨਾ ਸਾੜਨ, ਕਿਉਂਕਿ ਝੋਨੇ ਦਾ ਸੀਜ਼ਨ ਬਹੁਤ ਸਿਰ ਦੇ ਉੱਤੇ ਹੈ, ਫਸਲਾਂ ਲੱਗੀਆਂ ਹੋਈਆਂ ਨੇ ਤੇ ਇਸ ਵਿਚਾਲੇ 1 ਅਕਤੂਬਰ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋਵੇਗੀ। ਪਰ ਇਸ ਫਾਰਮੂਲੇ ਦਾ ਜੋ ਧਿਆਨ ਦੇਣ ਵਾਲੀ ਗੱਲ ਹੈ, ਇਸ ਫਾਰਮੂਲੇ ਦਾ ਕਰੀਬ 60% ਹਿੱਸਾ ਕੇਂਦਰ ਦੀ ਸਰਕਾਰ ਤੋਂ ਮੰਗਿਆ ਜਾ ਰਿਹਾ ਹੈ ਤੇ ਕੇਂਦਰ ਇਸ ਤੇ ਕੀ ਫੈਸਲਾ ਕਰੇਗਾ ਉਸ ਦਾ ਵੀ ਇੰਤਜ਼ਾਰ ਹੈ। ਪਰ ਹੁਣ ਸਵਾਲ ਇਹ ਹੈ ਕਿ ਇਹ ਪ੍ਰਪੋਜ਼ਲ ਹਕੀਕਤ ਦਾ ਰੂਪ ਧਾਰ ਸਕੇਗਾ ਜਾਂ ਨਹੀਂ, ਤੇ ਸਵਾਲ ਤਾਂ ਇਹ ਵੀ ਹੈ ਕਿ ਪ੍ਰਪੋਜ਼ਲ ਕਿਸਾਨਾਂ ਨੂੰ ਮਨਜ਼ੂਰ ਹੋਏਗਾ ਕਿ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਏਗੀ। ਖੈਰ, ਅੱਜ ਅਸੀਂ ਗੱਲ ਕਰਾਂਗੇ ਪਰਾਲੀ ਦੇ ਪ੍ਰਬੰਧਨ ਦੀ ਤੇ ਪੰਜਾਬ ਸਰਕਾਰ ਦੇ ਇਸ ਨਵੇਂ 2500 ਰੁਪਏ ਵਾਲੇ ਪ੍ਰਪੋਜ਼ਲ ਦੀ। ਝੋਨੇ ਦੀ ਪਰਾਲੀ ਅਤੇ ਪਰਾਲੀ ਤੋਂ ਹੁੰਦਾ ਪ੍ਰਦੂਸ਼ਣ ਹਮੇਸ਼ਾ ਹੀ ਪੰਜਾਬ ਅਤੇ ਦਿੱਲੀ ਲਈ ਵੱਡਾ ਮੁੱਦਾ ਬਣਿਆ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਦੇ ਕਿਸਾਨਾਂ ਤੇ ਉਂਗਲਾਂ ਉੱਠਣ ਲੱਗਦੀਆਂ ਨੇ, ਜਿਸ ਕਾਰਨ ਦਿੱਲੀ ਅਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਅਕਸਰ ਵਿਵਾਦ ਚੱਲਦਾ ਰਹਿੰਦਾ ਹੈ। ਪਰ ਹੁਣ ਮਾਨ ਸਰਕਾਰ ਨੇ ਇਸ ਦਾ ਹੱਲ ਲੱਭਿਆ ਅਤੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਤਿਆਰੀ 'ਚ ਹੈ। एयर क्वालिटी कमिशन ਦੀ ਮਿਸਟਰ MM ਕੁੱਟੀ ਉੱਥੇ ਆਏ ਸੀ ਮੇਰੇ ਕੋਲੇ ਤੇ ਅਸੀਂ ਉਹਨਾਂ ਨੂੰ ਇਹੀ ਸੁਜੈਸਟ ਕੀਤਾ ਸੀਗਾ ਕਿ ਜਿਹੜੀ ਪਰਾਲੀ ਹੈ ਉਹਨੂੰ ਅੱਗ ਲਾਉਣ ਦਾ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿ ਇੱਕ ਫਸਲ ਤੋਂ ਦੂਜੀ ਫਸਲ ਤੱਕ ਸਿਰਫ 10 ਦਿਨ ਮਿਲਦੇ ਨੇ ਬੜੀ ਮੁਸ਼ਕਲ ਨਾਲ। ਕਣਕ ਬੀਜਣੀ ਹੁੰਦੀ ਆ ਤਾਂ ਉਹ ਇੰਨੇ 10 ਦਿਨਾਂ 'ਚ ਉਹਨੂੰ ਕਿਧਰੇ ਇੱਧਰ ਉੱਧਰ ਨਹੀਂ ਕਰ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਤੇ ਪੰਜਾਬ ਦੀ ਸਹਿਮਤੀ ਤੋਂ ਬਾਅਦ ਕੇਂਦਰੀ 에ਅਰ ਕੁਆਲਿਟੀ ਕਮਿਸ਼ਨ ਨੂੰ ਇਸ ਦਾ ਪ੍ਰਪੋਜ਼ਲ ਵੀ ਭੇਜ ਦਿੱਤਾ ਹੈ, ਜਿਸ 'ਚ ਕੇਂਦਰ ਤੋਂ 1500 ਰੁਪਏ ਪ੍ਰਤੀ ਏਕੜ ਦੀ ਹਿੱਸੇਦਾਰੀ ਮੰਗੀ ਗਈ ਹੈ। तो 500 रुपया दिल्ली गवर्नमेंट देने को तैयार है पर एकड़ सर सामने 500 ਅਸੀਂ ਪਾ ਦਾਂਗੇ 1000 1500 ਅਸੀਂ ਸੈਂਟਰ ਤੋਂ ਮੰਗਿਆ ਜਿਨ੍ਹਾਂ ਕੋਲੇ ਬਹੁਤ ਸਾਰਾ ਫੰਡ ਪਿਆ। ਜੇ 2500 ਰੁਪਇਆ ਪਰ ਏਕੜ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਕਹਿ ਦਈਏ ਕਿ ਪਰਾਲੀ ਨੂੰ ਅੱਗ ਨਾ ਲਾਇਓ, ਇਹਨੂੰ ਇੱਕ ਪਾਸੇ ਰੱਖ ਲਓ ਤੇ ਅਸੀਂ 2500 ਰੁਪਏ ਏਕੜ ਤੁਹਾਨੂੰ ਦਿੰਨੇ ਆ। ਉਧਰ ਪੰਜਾਬ ਸਰਕਾਰ ਵੱਲੋਂ ਭੇਜੇ ਇਸ ਪ੍ਰਪੋਜ਼ਲ ਤੋਂ ਬਾਅਦ ਕਿਸਾਨ ਆਗੂਆਂ ਨੇ ਵੀ 2500 ਰੁਪਏ ਮੁਆਵਜ਼ੇ ਤੇ ਸਹਿਮਤੀ ਜਤਾਈ ਹੈ, ਪਰ ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਪਹਿਲਾਂ ਹੀ ਉਹਨਾਂ ਦੇ ਖਾਤਿਆਂ 'ਚ ਪਾਈ ਜਾਵੇ। ਕੇਂਦਰ ਸਰਕਾਰ ਤੋਂ ਜਿਹੜੀ ਪਰਾਲੀ ਨਾ ਸਾੜਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ, ਉਹਨਾਂ ਨੇ ਕਿਹਾ ਵੀ 500 ਰੁਪਈਆ ਤਾਂ ਪੰਜਾਬ ਸਰਕਾਰ ਪਾਊ, 500 ਦਿੱਲੀ ਸਰਕਾਰ ਪਾਊ ਤੇ 1500 ਰੁਪਈਆ ਕੇਂਦਰ ਸਰਕਾਰ ਪਾਵੇ ਪ੍ਰਤੀ ਏਕੜ। ਅਸੀਂ ਸਹਿਮਤ ਹਾਂ, ਸਾਨੂੰ ਹੁਣੇ ਕੋਈ ਮੁਆਵਜ਼ੇ ਦਾ ਸਰਕਾਰ ਐਲਾਨ ਕਰੇ, ਪਰ ਇਸ ਤਰ੍ਹਾਂ ਦੇ ਐਲਾਨ ਨਾ ਕਰੇ ਜਿਵੇਂ ਮੂੰਗੀ ਤੇ ਐਲਾਨ ਕੀਤੇ ਨੇ। ਪਹਿਲਾਂ ਹੀ ਸਾਡੇ ਖਾਤਿਆਂ ਦੇ ਵਿੱਚ ਜਿਹੜੀ ਪੇਮੈਂਟ ਆ ਪਰ ਏਕੜ ਦੇ ਹਿਸਾਬ ਦੇ ਨਾਲ ਪਾਵੇ। ਅਸੀਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਨਾ ਹੀ ਅਸੀਂ ਵਾਤਾਵਰਨ ਖਰਾਬ ਕਰਨਾ ਚਾਹੁੰਦੇ ਹਾਂ। ਦੱਸ ਦਈਏ ਕਿ ਇਸ ਪ੍ਰਪੋਜ਼ਲ ਮੁਤਾਬਕ 1500 ਰੁਪਏ ਪ੍ਰਤੀ ਏਕੜ ਕੇਂਦਰ ਸਰਕਾਰ ਜਦਕਿ ਪੰਜਾਬ ਅਤੇ ਦਿੱਲੀ ਸਰਕਾਰਾਂ 5-500 ਰੁਪਏ ਦੀ ਹਿੱਸੇਦਾਰੀ ਪਾਉਣਗੀਆਂ ਅਤੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 2500 ਰੁਪਏ ਪ੍ਰਤੀ ਏਕੜ ਅਦਾ ਕੀਤੇ ਜਾਣਗੇ। ਫਿਲਹਾਲ ਇਸ ਮਾਮਲੇ ਤੇ ਕੇਂਦਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ 2500 ਰੁਪਏ ਪ੍ਰਤੀ ਏਕੜ ਜੇ ਕਿਸਾਨਾਂ ਨੂੰ ਮਿਲਣਗੇ ਸੁਣਨ ਨੂੰ ਵਧੀਆ ਲੱਗ ਰਿਹਾ ਹੈ। ਹਾਲਾਂਕਿ ਕਿਸਾਨ ਲਾਜ਼ਮੀ ਤੌਰ ਤੇ ਕਹਿਣਗੇ ਕਿ ਬੋਨਸ ਵਾਲਾ ਜੇਕਰ ਪੂਰਾ ਫਾਰਮੂਲਾ ਅਪਣਾਇਆ ਜਾਵੇ ਤਾਂ ਉਹ 4000 4500 5000 ਦੇ ਨੇੜੇ ਹੋ ਸਕਦਾ ਹੈ ਜੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਅਹਿਮ ਕੜੀ ਕੇਂਦਰ ਦੀ ਸਰਕਾਰ, ਕਿਉਂਕਿ ਕੇਂਦਰ ਦੀ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਤੱਕ ਚੁੱਪ ਹੈ ਔਰ ਇਸ ਪ੍ਰਪੋਜ਼ਲ ਦੇ ਉੱਤੇ ਹਾਮੀ ਭਰਦੀ ਹੈ ਜਾਂ ਨਹੀਂ ਭਰਦੀ ਔਰ ਕੀ ਵਾਕਈ ਹੀ ਇਹ ਪ੍ਰਪੋਜ਼ਲ ਕੇਂਦਰ ਦੀ ਸਰਕਾਰ ਮੰਨੇਗੀ, ਉਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ, ਇਸ ਦੇ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਮਹਿਮਾਨ ਜਿਹੜੇ ਸਾਡੇ ਨਾਲ ਜੁੜਨਗੇ, ਜਿਨ੍ਹਾਂ ਦੇ ਨਾਲ ਗੱਲਬਾਤ ਹੋਵੇਗੀ। ਔਰ ਸਵਾਲ ਮੈਂ ਲਗਾਤਾਰ ਇਸ ਕਰਕੇ ਇਹ ਵੀ ਚੁੱਕ ਰਿਹਾ ਹਾਂ ਕਿ ਇਹ 1500 2500 500 500 ਵਾਲਾ ਜਿਹੜਾ ਫਾਰਮੂਲਾ ਹੈ, ਇਹ 500 ਜੇ ਪੰਜਾਬ ਸਰਕਾਰ ਵੀ ਦਿੰਦੀ ਹੈ, ਇਹ ਕਿੱਥੋਂ ਪੂਰਾ ਪੈਸਾ ਆਏਗਾ।
ਤਾਰਫ ਕਰਵਾਉਣਾ ਮਹਿਮਾਨਾਂ ਦੇ ਨਾਲ। ਪਹਿਲਾਂ ਅਹਿਬਾਬ ਸਿੰਘ ਗਰੇਵਾਲ ਜੀ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਕਮਲਜੀਤ ਬਰਾੜ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਾਡੇ ਨਾਲ ਥੋੜੀ ਦੇਰ ਦੇ ਵਿੱਚ ਐਸਐਸ ਚੰਨੀ ਜੀ ਜੁੜਨਗੇ ਬੀਜੇਪੀ ਤੋਂ, ਸਾਡੇ ਨਾਲ ਮਨਜੀਤ ਸਿੰਘ ਰਾਏ ਜੀ ਜੁੜ ਰਹੇ ਨੇ ਕਿਸਾਨ ਆਗੂ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਚਰਚਾ ਦੇ ਵਿੱਚ। ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਅੱਜ, ਕਿਉਂਕਿ ਪ੍ਰਪੋਜ਼ਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੇ 500 + 500 + 1500 2500 ਰੁਪਏ ਕਿਸਾਨਾਂ ਨੂੰ ਦੇਣ ਦਾ ਜ਼ਿਕਰ ਹੋ ਰਿਹਾ ਹੈ ਤਾਂ ਉਹ ਕਿਹੜਾ ਫਾਰਮੂਲਾ ਔਰ ਫਾਰਮੂਲੇ ਦੇ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਔਰ ਕਿਸ ਦੀ ਰਾਏ ਲਈ ਗਈ, ਕਿਸ ਦੀ ਸਹਿਮਤੀ ਹੈ, ਇਹ ਜਾਣਨਾ ਜ਼ਰੂਰੀ ਹੈ। ਅਹਿਬਾਬ ਗਰੇਵਾਲ ਜੀ, ਸ਼ੁਰੂਆਤ ਤੁਹਾਡੇ ਤੋਂ। ਸੁਣਨ ਨੂੰ ਵਧੀਆ ਲੱਗ ਰਿਹਾ ਕਿ ਪਰਾਲੀ ਕਿਸਾਨ ਨਾ ਸੜਨ ਤੇ 2500 ਰੁਪਏ ਉਹਨਾਂ ਨੂੰ ਪ੍ਰਤੀ ਏਕੜ ਦੀ ਮਦਦ ਮਿਲ ਜਾਏ ਜਾਂ ਉਸ ਨੂੰ ਮੁਆਵਜ਼ਾ ਆਪਾਂ ਕਹਿ ਲਈਏ। ਫਾਰਮੂਲਾ ਸਮਝਾਓ ਸਰ ਪਹਿਲਾਂ, ਇਹ 2500 ਰੁਪਏ ਮਿਲੇਗਾ ਕਿਵੇਂ? 500 ਰੁਪਏ ਦੇ ਰਹੀ ਹੈ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਮਝ ਆਉਂਦਾ ਹੈ। 500 ਰੁਪਏ ਦਿੱਲੀ ਦੀ ਸਰਕਾਰ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਮਝ ਆਉਂਦਾ ਹੈ। ਇਹ 1500 ਰੁਪਇਆ ਇਹ ਕੇਂਦਰ ਦੀ ਸਰਕਾਰ ਦੇ ਨਾਲ ਗੱਲ ਹੋਈ ਹੈ? ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਗੌਰਵ ਜੀ, ਸੱਚ ਸੁਣਨ ਨੂੰ ਵਧੀਆ ਲੱਗਦਾ ਹੁੰਦਾ। ਹੁਣ ਗੱਲ ਕੀ ਹੈ, ਪ੍ਰਪੋਜ਼ਲ ਕਿਵੇਂ ਹੈ? ਸਾਡੇ ਕੋਲ ਜਿਹੜੇ ਵੀ ਸਰੋਤ ਨੇ ਉਹ ਤੋਂ ਅਸੀਂ 500 ਰੁਪਏ ਦੇ ਰਹੇ ਹਾਂ। ਹੁਣ ਪਨੀਰ ਤੇ ਆਟੇ ਤੇ ਚੌਲ ਤੇ ਦਾਲ ਤੇ ਹਰ ਚੀਜ਼ ਤੇ ਤਾਂ GST ਲਾਤੀ, ਸਟੇਟ ਟੈਕਸ ਕੱਟਤੇ ਕਿ ਕੇਂਦਰ ਸਰਕਾਰ ਇੰਨੇ ਟੈਕਸ ਇਕੱਠੇ ਕਰ ਰਹੀ ਹੈ। ਜੇ ਹੁਣ ਦੇਖੋ ਮੋਦੀ ਜੀ ਰਹਿੰਦੇ ਆ, ਬਹੁਤ ਸਾਰੇ ਦਰਖਤਾਂ 'ਚ ਮੋਰ ਨੱਚਦੇ ਨੇ, ਕੋਈ ਨਾ ਕੋਈ ਆਉਂਦਾ ਹੈ। ਮੋਦੀ ਜੀ ਵੱਡੇ ਵੱਡੇ ਥਾਂ ਤੇ ਰਹਿੰਦੇ ਆ, ਪਰ ਦਿੱਲੀ 'ਚ ਇਹੋ ਜਿਹੇ ਵੀ ਲੋਕ ਨੇ ਜਿਹੜੇ 50-50, 60-60 ਗਜ ਦੇ ਮਕਾਨਾਂ 'ਚ ਹੀ ਰਹਿੰਦੇ ਆ। ਉੱਥੇ ਦਰਖਤ ਹੈ ਨਹੀਂ ਗੇ। ਸਾਨੂੰ ਸਿਰਫ ਇਹ ਹੈ ਕਿ ਜਿਹੜੇ ਸਾਡੇ ਦਿੱਲੀ ਦੇ ਭਰਾ ਨੇ ਉਹਨਾਂ ਨੂੰ ਵੀ ਥੋੜੀ ਜਿਹੀ ਰਾਹਤ ਮਿਲ ਜਾਵੇ। ਦਿੱਲੀ 'ਚ ਦੇਖੋ, ਅਪਾਰਟ ਫਰਮ ਇੰਡਸਟਰੀਅਲ ਪੋਲਿਊਸ਼ਨ, ਅਪਾਰਟ ਫਰਮ ਜਿਹੜਾ ਆਪਾਂ ਕਹਿੰਦੇ ਨਾ ਕਿ ਜਿਹੜੇ ਰੀਜ਼ਨਸ ਨੇ ਜਿਹਨਾਂ ਨੂੰ ਆਪਾਂ ਨਹੀਂ ਆਪਣੇ ਹੱਥ 'ਚ ਨਹੀਂ, ਕਲਾਈਮੇਟ ਚੇਂਜ, ਠੀਕ ਹੈ ਨਾ ਜੀ। ਉਦੋਂ ਇਲਾਵਾ ਇੱਕ ਪਰਾਲੀ ਦਾ ਰੌਲਾ ਸੀਗਾ। ਅਸੀਂ ਕਹਿੰਦੇ ਜੀ ਕਿ ਅਸੀਂ ਉਹਦਾ ਹੱਲ ਕਰਦੇ ਹਾਂ। 500 ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇਣ ਨੂੰ ਤਿਆਰ ਹੈ। ਹੁਣ ਮੋਦੀ ਸਰਕਾਰ ਨੇ ਜੇ ਚੌਲ ਤੇ ਤੁਸੀਂ ਹੋਰ ਛੱਡੋ, ਉਹ ਕੀ ਹੁੰਦਾ ਜੀ, ਚਿੜਵੇ ਤੇ ਜਾਂ ਹੋਰ ਚੀਜ਼ਾਂ ਤੇ ਵੀ GST ਲਾਤਾ ਹੈ, ਤੇ ਜੇ ਉਹਦੇ ਚੋਂ 1500 ਰੁਪਏ ਕਿੱਲੇ ਦਾ ਜ਼ਿਮੀਂਦਾਰਾਂ ਨੂੰ ਦੇ ਦੇਣਗੇ, ਕਿੱਡੀ ਗੱਲ ਹੈ। ਪੰਜਾਬ ਤੇ ਹਰਿਆਣੇ ਲਈ ਮੰਗ ਕਰ ਰਹੇ ਹਾਂ ਨਾ ਸਰ। ਪਹਿਲਾ ਪ੍ਰਪੋਜ਼ਲ ਇਹ ਹੈ। ਦੂਜੀ ਗੱਲ ਗੌਰਵ ਜੀ, ਅਸੀਂ ਇਹ ਨਹੀਂ ਕਹਿ ਰਹੇ, ਸਾਨੂੰ ਵੀ ਪਤਾ ਕਿ ਸ਼ਾਇਦ ਇਹ ਨਾ ਮੰਨਣ। ਅਸੀਂ ਇਹ ਕਹਿ ਰਹੇ ਹਾਂ ਕਿ ਨੈਕਸਟ ਸਟੇਜ 'ਚ ਅਸੀਂ ਪੰਜਾਬ 'ਚ ਮਸ਼ਰੂਮ ਫਾਰਮਿੰਗ ਵੱਡੇ ਲੈਵਲ ਤੇ ਕਰਾਉਣ ਲੱਗੇ ਹਾਂ। ਉਹਦੇ 'ਚ ਕੀ ਹੈ ਕਿ ਜਿਹੜੀ ਪਰਾਲੀ ਹੁੰਦੀ ਹੈ, ਪਰਾਲੀ ਦਾ ਬੇਸ ਬਣਦਾ, ਉਹਦੇ ਵਿੱਚ ਮਸ਼ਰੂਮ ਦੇ ਬੀਜ ਉੱਗਦੇ ਆ। ਐਂਡ ਉਹ ਮਸ਼ਰੂਮ ਦੇ ਬੀਜ ਐ ਉੱਗਦੇ ਆ ਕਿ ਕੋਈ ਲੈਂਡਲੈਸ ਫਾਰਮਰ ਵੀ ਹੋਵੇ, 20-25 ਗਜ਼ ਦਾ ਮਕਾਨ, 20-25 ਗਜ਼ ਦੀ ਥਾਂ 'ਚ ਉਹ ਬੰਦਾ 100 ਬੋਰੀ ਮਸ਼ਰੂਮ ਦੀ ਲਾ ਸਕਦਾ। ਉਹ 100 ਬੋਰੀ ਮਸ਼ਰੂਮ ਦੀ ਜਿਹੜੀ ਹੈ ਉਹ 12000 ਦੀ ਲੱਗਦੀ ਹੈ, 25000 ਦਿੰਦੀ ਹੈ ਪ੍ਰੈਕਟੀਕਲੀ। ਮਤਲਬ ਕਿ ਉਹ 13000 ਕੱਢ ਕੇ ਇੱਕ ਪਰਿਵਾਰ ਨੂੰ 2-3 ਮਹੀਨਿਆਂ ਬਾਅਦ 13-14,000 ਰੁਪਏ ਮਿਲ ਸਕਦਾ। ਸੋ ਮੈਂ ਗੌਰਵ ਜੀ ਬਾਰ-ਬਾਰ ਤੁਹਾਡੇ ਦੇ ਪ੍ਰੋਗਰਾਮ ਤੇ ਕਿਹਾ ਕਿ ਸਾਨੂੰ 2 ਹਾੜੀਆਂ ਸੋਹਣੀਆਂ ਦੇ ਦਿਓ। ਅਸੀਂ ਤਾਂ 2 ਹਾੜੀਆਂ ਸੋਹਣੀਆਂ ਦਾ ਇੰਤਜ਼ਾਮ ਕਰ ਰਹੇ ਹਾਂ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਫਰੋਮ ਆਰ ਮੀਗਰ ਰਿਸੋਰਸਿਸ, ਜਿਹੜੇ ਸਾਡੇ ਕੋਲ ਬਹੁਤ ਥੋੜੇ ਰਿਸੋਰਸਿਸ ਨੇ, ਅਸੀਂ ਦੇਣ ਨੂੰ ਤਿਆਰ ਹਾਂ। ਪਰ ਐਡੇ ਵੱਡੇ 56 ਇੰਚ ਦੀ ਛਾਤੀ ਵਾਲੇ ਦਰਿਆ ਦਿਲ ਮੋਦੀ ਜੀ ਨੇ ਥੋੜਾ ਜਿਹਾ ਖਰਚਾ ਤਾਂ ਕਰ ਦੇਣਾ। 1500। ਠੀਕ ਹੈ, ਮੈਂ ਸਮਝ ਰਿਹਾ ਤੁਹਾਡੀ ਗੱਲ, ਤੁਹਾਡਾ ਪੁਆਇੰਟ ਆ ਗਿਆ ਸਰ, ਮੈਂ ਸਮਝ ਰਿਹਾ ਗੱਲ। ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ, ਇਸ ਪ੍ਰਪੋਜ਼ਲ ਦੇ ਲਈ ਕੇਂਦਰ ਦੇ ਸਰਕਾਰ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਹੋਈ ਹੈ? ਪ੍ਰਪੋਜ਼ਲ ਦੇਣ ਤੋਂ ਪਹਿਲਾਂ 에ਅਰ ਕੁਆਲਿਟੀ ਜਿਹੜਾ ਕਮਿਸ਼ਨ ਹੈ ਉਸ ਨੂੰ ਪ੍ਰਪੋਜ਼ਲ ਭੇਜਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨਾਲ ਕੋਈ ਗੱਲ ਹੋਈ ਹੈ? ਦੇਖ, ਮੈਂ ਇੱਕ ਗੱਲ ਦੱਸਾਂ, ਜੇ ਕੇਂਦਰ ਸਰਕਾਰ ਕਿਸੇ ਨਾਲ ਗੱਲ ਕਰਦੀ ਹੁੰਦੀ ਤਾਂ ਆਪਣੇ ਕਿਸਾਨ ਭਰਾ ਸਾਲ ਬੈਠੇ ਰਹਿੰਦੇ ਸੀ ਉਹਨਾਂ ਦੀ ਜੂਹਾਂ ਤੇ। ਮੋਦੀ ਜੀ ਤਾਂ ਸੁਣਾਉਂਦੇ ਨੇ। ਅਸੀਂ ਇੱਕ ਤਰੀਕਾ ਲੱਭ ਲਿਆ। ਅਸੀਂ ਤਰੀਕਾ ਕੀ ਲੱਭ ਲਿਆ ਕਿ ਇਹਨਾਂ ਨੂੰ ਕਾਊਂਟਰ ਪ੍ਰਪੋਜ਼ਲ ਦੇ ਲਓ, ਉਹਦੇ 'ਚ ਇਹ ਦੱਸ ਦਿਓ ਕਿ ਭਾਈ ਅਸੀਂ ਆਪਣਾ ਸਿਰ ਵਢਾਉਣ ਨੂੰ ਤਿਆਰ ਹੈ। ਤੁਸੀਂ ਆਪਣੀ ਜੇਬ ਚੋਂ ਫਕੀਰੀ ਚੋਂ ਥੋੜੇ ਜਿਹੇ ਦਾ ਚਿੱਲਰ ਸਾਡੇ ਪੱਲੇ ਪਾ ਦਿਓ। ਅਸੀਂ ਵਾਅਦਾ ਕੁਛ ਨਹੀਂ ਮੰਗਦੇ ਹੈਗੇ। ਤੁਸੀਂ ਆਪਣੇ ਦੋਸਤਾਂ ਨੂੰ ਲੱਖਾਂ ਕਰੋੜਾਂ ਦੀਆਂ ਰਿਆਇਤਾਂ ਦੇਤੀਆਂ। ਜੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਦੇ ਕਿਸਾਨਾਂ ਨੂੰ ਰਿਆਇਤ ਦਿੱਤੀ ਜਾਵੇ, ਜੇ 1500 ਰੁਪਏ ਕਿੱਲਾ ਦੇਣਗੇ, ਇਟ ਵੋਂਟ ਬੀ ਮੋਰ ਦੈਨ 1000 ਕਰੋੜ। ਤੁਸੀਂ ਗੱਲ ਨਹੀਂ ਕੀਤੀ, ਪਰ ਤੁਸੀਂ ਪ੍ਰਪੋਜ਼ਲ ਦੇ ਦਿੱਤਾ ਇੱਕ ਤਰੀਕੇ ਨਾਲ। ਫਿਰ ਜਿਹੜੇ ਪ੍ਰਪੋਜ਼ਲ ਹੁੰਦੇ ਨਾ ਆਮ ਤੌਰ ਤੇ ਗਰੇਵਾਲ ਸਾਹਿਬ, ਉਹ ਨੈਗੋਸ਼ੀਏਟ ਵੀ ਹੋ ਜਾਂਦੇ ਹੁੰਦੇ ਜੀ। ਨੈਗੋਸ਼ੀਏਟ ਵੀ ਨਹੀਂ ਗੌਰਵ ਜੀ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਦਾ ਸਰ। ਉਹਦੇ ਨਾਲ ਹੁੰਦੀ ਹੈ ਗੱਲ, ਗੌਰਵ ਜੀ ਗੱਲ ਉਹਦੇ ਨਾਲ ਹੁੰਦੀ ਹੈ ਜਿਹੜਾ ਗੱਲ ਕਰਨ ਦੀ ਚੇਸ਼ਟਾ ਰੱਖਦਾ। ਇਹ ਤਾਂ ਗੱਲ ਕਰਨ ਦੀ ਚੇਸ਼ਟਾ। ਅਸੀਂ ਤਾਂ ਕਹਿੰਦੇ ਆ ਕਿ ਸਾਹ ਤਾਂ ਲੈਣਾ, ਸਾਹ ਤਾਂ ਸਾਰੇ ਵੋਟਰਾਂ ਨੇ ਲੈਣਾ, ਉਹ ਤੁਹਾਡਿਆਂ ਨੇ ਵੀ ਲੈਣਾ, ਸਾਡੇ। ਤੁਸੀਂ ਹੁਣ ਜੇ 5 ਕੋਠੀਆਂ 'ਚ ਆ ਗਏ, ਤੁਸੀਂ ਆਮ ਆਦਮੀ ਨੂੰ ਜੋਰਾ ਲੈ ਕੇ ਚੱਲ ਦੋਗੇ, ਪਰ ਲੋਕ ਤਾਂ 60-60 ਗਜ ਦੇ ਮਕਾਨਾਂ 'ਚ ਹੀ ਰਹਿੰਦੇ ਆ ਨਾ। ਉਹਨਾਂ ਨੂੰ ਵੀ ਸੋਚ ਲਓ। ਮੋਦੀ ਜੀ ਭੁੱਲ ਗਏ। ਤੁਸੀਂ ਦਿੱਲੀ ਵਾਲਿਆਂ ਦਾ ਜ਼ਿਕਰ ਕਰ ਰਹੇ ਹੋ ਕਿ ਦਿੱਲੀ ਵਾਲਿਆਂ ਦਾ ਵੀ ਜ਼ਰੂਰ ਸੋਚਣਾ ਚਾਹੀਦਾ। ਪਹਿਲਾਂ ਮੈਂ ਇੱਕ ਵਾਰੀ ਜਿਹੜੇ ਕਿਸਾਨ ਆਗੂ ਸਾਡੇ ਨਾਲ ਨੇ ਉਹਨਾਂ ਤੋਂ ਪੁੱਛ ਲਈਏ ਕਿ ਉਹ ਕੀ ਸੋਚਦੇ ਨੇ ਇਸ ਪ੍ਰਪੋਜ਼ਲ ਬਾਰੇ। ਉਸ ਤੋਂ ਬਾਅਦ ਮੈਂ ਪੋਲੀਟੀਕਲ ਕਮੈਂਟਸ ਲਵਾਂਗਾ। ਸਾਡੇ ਨਾਲ ਰਾਏ ਸਾਹਿਬ ਜੁੜੇ ਹੋਏ ਨੇ। ਮਨਜੀਤ ਜੀ, ਪਸੰਦ ਆ ਰਿਹਾ ਪ੍ਰਪੋਜ਼ਲ? 2500 ਰੁਪਏ ਪ੍ਰਤੀ ਏਕੜ ਆ ਗਿਆ, ਜੇਕਰ ਠੀਕ ਹੋ ਜਾਏਗਾ, ਪਰਾਲੀ ਸੜਨੀ ਬੰਦ ਹੋ ਜਾਏਗੀ ਪੰਜਾਬ 'ਚ। ਠੀਕ ਲੱਗ ਰਿਹਾ ਪ੍ਰਪੋਜ਼ਲ ਸਰਕਾਰ ਦਾ? ਗੌਰਵ ਜੀ,
ਅਸੀਂ ਵੀ ਚਾਹੁੰਦੇ ਆ ਕਿ ਜਿਹੜੀ ਪਰਾਲੀ ਆ ਇਹਨੂੰ ਨਾ ਸਾੜਿਆ ਜਾਵੇ। ਜੀ ਪਰ ਮੈਂ ਇੱਕ ਬੇਨਤੀ ਕਰਾਂ, ਇਹ 2500 ਰੁਪਇਆ ਥੋੜਾ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ 2500 ਰੁਪਏ ਨਾਲ ਗੱਲ ਨਹੀਂ ਬਣਨੀ। ਮੈਂ ਇਹ ਬੇਨਤੀ ਕੀਤੀ ਸੀ ਵੀ ਘੱਟ ਤੋਂ ਘੱਟ 300 ਰੁਪਇਆ, 300 ਨੂੰ 200 ਰੁਪਇਆ ਤਾਂ ਪਰ ਕੁਇੰਟਲ ਬੋਨਸ ਦੇਣ, ਤਾਂ ਕਿ ਘੱਟ ਤੋਂ ਘੱਟ ਅਸੀਂ ਤਾਂ 7-8000 ਪ੍ਰਤੀ ਕਿੱਲਾ ਕਹਿੰਦੇ, 5000 ਕਿੱਲਾ ਤਾਂ ਆਵੇ। ਇਸ ਲਈ ਡੀਜ਼ਲ ਦਾ ਰੇਟ ਕੀ ਹੈ? ਦੂਜੀ ਗੱਲ, ਇਹ ਜਿਹੜਾ ਪਰਾਲੀ ਨੂੰ ਜ਼ਮੀਨ ਦੇ ਵਿੱਚ ਲਾਉਣਾ ਹੈ, ਉਹਦੇ ਵਾਸਤੇ ਮਸ਼ੀਨਰੀ ਚਾਹੀਦੀ ਹੈ ਹੈਵੀ। ਉਹਦੇ ਵਾਸਤੇ ਜਿਹੜੇ ਮਲਚਰ ਚਾਹੀਦੇ ਨੇ, ਵੱਡੇ ਟਰੈਕਟਰ ਚਾਹੀਦੇ ਨੇ 7 ਹਾਰਸ ਪਾਵਰ ਦੇ। ਜੀ ਸੋ ਉਹ ਸਰਕਾਰ ਪਹਿਲਾਂ ਤਾਂ ਇੱਕ ਨੂੰ ਚੱਲੇ, ਜੋ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਸੀ ਕਿ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾ ਕੇ ਦੇਣੀ ਸਰਕਾਰ ਨੇ, ਉਹਦੇ ਵਿੱਚ ਜ਼ਿੰਮੇਵਾਰ ਹੈ ਕੇਂਦਰ ਸਰਕਾਰ, ਵਿੱਚ ਸਟੇਟ ਗਵਰਨਮੈਂਟ। ਜੀ ਇਹਨਾਂ ਨੇ ਮਸ਼ੀਨਰੀ ਪਹਿਲਾਂ ਮੁਹੱਈਆ ਕਰਾਉਣੀ ਹੈ। ਉਹ ਸਬਸਿਡੀਆਂ ਜਿਹੜੀਆਂ 80% ਬੰਦ ਕਰ ਦਿੰਦੇ ਨੇ, ਕੁਛ ਕੁ ਦਿਨ ਦਿੰਦੇ ਨੇ, ਉਹ ਸਿਲੈਕਟਡ ਫਾਈਲਾਂ ਹੁੰਦੀਆਂ ਫਿਰ ਬੰਦ ਕਰ ਦਿੰਦੇ ਨੇ। ਠੀਕ। ਔਰ ਇਹ ਸਬਸਿਡੀ ਆਉਂਦੀ ਨਹੀਂ, ਕਿਸਾਨ ਮਗਰ ਘੁੰਮਦਾ ਰਹਿੰਦਾ ਹੈ। ਪਹਿਲਾਂ ਤਾਂ ਮਸ਼ੀਨਰੀ ਮੁਹੱਈਆ ਕਰਾਈ ਜਾਵੇ, ਫਿਰ ਉਹਨਾਂ ਨੂੰ ਉਹਦਾ ਬਣਦਾ ਪੂਰਾ ਜਿਹੜਾ, ਕਿਉਂਕਿ ਖਰਚਾ ਇਹ ਖਰਚਾ ਹੈ, ਪੂਰਾ ਖਰਚਾ ਦਿੱਤਾ ਜਾਵੇ। ਫਿਰ ਅਸੀਂ ਫਾਰਮਰ ਸਾਰੇ, ਅਸੀਂ ਜਿੰਨੇ ਆਗੂ ਵੀ ਹੈਗੇ ਸਾਰੇ ਅਪੀਲ ਕਰਾਂਗੇ ਆਪਣੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਕਿ ਆਪਾਂ ਇਹਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ। ਦੂਜੀ ਗੱਲ, ਅੱਜ ਵੀ ਆਮ ਆਦਮੀ ਸਰਕਾਰ ਨੇ ਅਟੈਕ ਕਰਾ ਜਾ ਜੋੜ ਜਾਏ ਤੇ ਉਹਨੇ ਗੁੱਸਾ ਨਾ ਕਰ। ਅੱਜ ਵੀ ਆਮ ਆਦਮੀ ਪਾਰਟੀ ਜਿਹੜੀ ਆ ਦਿੱਲੀ ਵਾਲੀ ਜਿਹੜੀ ਹੈ, ਇਹ ਪੰਜਾਬ ਨੂੰ ਜੋਸ਼ੀ ਮੜ ਕੇ ਇਹ 500 ਦੇਣਾ ਦੀ ਇੱਕ ਸਾਜ਼ਿਸ਼ ਹੈ। ਮੈਂ ਕਹੂੰਗਾ ਪੰਜਾਬ ਸਰਕਾਰ ਹੀ ਦੇ 1000 ਰੁਪਇਆ ਜਿਹੜਾ ਦੇਣਾ, 1500 ਰੁਪਇਆ 1500 ਦੇ ਉਹਦੇ ਕੋਲ 3000 5000 ਕਰਕੇ ਦੇਣ ਕੇਂਦਰ ਕੋਲੋਂ। ਪਰ ਇਹ 500 ਰੁਪਇਆ ਵੀ ਪਾ ਰਹੀ ਹੈ ਨਾ ਦਿੱਲੀ ਵਾਲੀ ਸਰਕਾਰ, ਇਹ ਇੱਕ ਸਾਜ਼ਿਸ਼ ਦੇ ਤਹਿਤ ਹੈ ਕਿ ਅੱਜ ਵੀ ਕਹਿੰਦੇ ਨੇ ਕਿ ਜਿਹੜਾ ਉੱਥੇ ਪੋਲਿਊਸ਼ਨ ਹੁੰਦਾ ਹੈ, ਜਿਹੜਾ ਧੂੰਆਂ ਜਾਂਦਾ ਹੈ, ਪੰਜਾਬ ਤੋਂ ਜਾਂਦਾ ਹੈ। ਠੀਕ ਹੈ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਤਰੀਕੇ ਨਾਲ ਇਸ ਪ੍ਰਪੋਜ਼ਲ ਦੇ ਜ਼ਰੀਏ ਉਸ ਦੇ ਉੱਤੇ ਮੋਹਰ ਲੱਗ ਗਈ ਕਿ ਪੰਜਾਬ ਦਾ ਪੋਲਿਊਸ਼ਨ ਹੀ ਦਿੱਲੀ ਜਾ ਰਿਹਾ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮਨਜੀਤ ਜੀ? ਹਾਂ, ਜਾ ਰਿਹਾ ਹੈ। ਉਹਦੇ ਬੰਦੇ ਹੈ, ਇਹਦੇ ਵਿੱਚ ਇਹਨਾਂ ਦੇ ਜਿਹੜੇ ਐਕਸਪਰਟ ਉਹਨਾਂ ਨੇ ਮੰਨ ਲਈ ਗੱਲ ਕਿ ਜਿਹੜਾ 96% 95% ਜਿਹੜਾ ਪੋਲਿਊਸ਼ਨ ਹੈ ਉਹ ਦਿੱਲੀ ਦਾ ਆਪਣਾ ਹੈ। ਠੀਕ ਹੈ, ਨਹੀਂ ਠੀਕ ਹੈ, ਤੁਹਾਡਾ ਇਹ ਪੁਆਇੰਟ ਹੈ। ਮੈਂ ਤੁਹਾਡੇ ਕੋਲ ਆਵਾਂਗਾ। ਤੁਹਾਡੀ ਆਵਾਜ਼ ਜਿਹੜੀ ਹੈ ਥੋੜੀ ਜੀ ਇਕੋ ਹੋ ਰਹੀ ਹੈ, ਤਾਂ ਥੋੜਾ ਜਿਹਾ ਸਮਝਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਗਰੇਵਾਲ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ। ਸਾਡੇ ਨਾਲ ਕਮਲਜੀਤ ਬਰਾੜ ਜੀ ਵੀ ਨੇ, ਇਨਫੈਕਟ SS ਚੰਨੀ ਜੀ ਵੀ ਜੁੜ ਚੁੱਕੇ ਨੇ, ਸਾਡੇ ਨਾਲ BJP ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਚੰਨੀ ਸਾਹਿਬ ਸਵਾਗਤ ਹੈ, ਮੈਂ ਤੁਹਾਡੇ ਕੋਲ ਆਵਾਂਗਾ, ਪਰ ਪਹਿਲਾਂ ਕਮਲਜੀਤ ਬਰਾੜ ਜੀ ਤੁਹਾਡਾ ਰਿਐਕਸ਼ਨ। ਦੇਖੋ, ਤੁਸੀਂ ਵੀ ਮੰਗ ਕਰਦੇ ਰਹੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ, ਉਹ ਵੀ ਸੈਂਟਰ ਨੂੰ ਚਿੱਠੀਆਂ ਲਿਖਦੇ ਰਹੇ ਕਿ ਬੋਨਸ ਦੇ ਦਿਓ, ਬੋਨਸ ਦੇ ਦਿਓ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਆਈਡੀਆ ਲੱਭ ਕੇ ਲੈ ਕੇ ਆਏ ਹਾਂ, ਅਸੀਂ ਪ੍ਰਪੋਜ਼ਲ ਲੈ ਕੇ ਆਏ ਹਾਂ ਕਿ 500 ਅਸੀਂ ਪਾ ਦਿੱਤਾ, 500 ਦਿੱਲੀ ਵਾਲੇ ਪਾ ਦੇਣਗੇ, 1500 ਕੇਂਦਰ ਵਾਲੇ ਪਾ ਦੇਣਗੇ, ਤਾਂ ਕਿਸਾਨਾਂ ਤੱਕ 2500 ਰੁਪਏ ਪ੍ਰਤੀ ਏਕੜ ਪਹੁੰਚ ਜਾਏਗਾ। ਪਸੰਦ ਆ ਰਿਹਾ ਸਰ? ਪਸੰਦ ਆ ਰਿਹਾ ਪ੍ਰਪੋਜ਼ਲ, ਇਹ ਪੂਰਾ ਫਾਰਮੂਲਾ? ਦੇਖੋ, ਗੱਲਾਂ ਕਰਨ ਤੇ ਕੰਮ ਕਰਨ 'ਚ ਬੜਾ ਫਰਕ ਹੁੰਦਾ ਹੈ। ਗੱਲਾਂ ਤਾਂ ਇਹ ਸ਼ੁਰੂ ਤੋਂ 4 ਮਹੀਨੇ ਤੋਂ ਜਦੋਂ ਦੀ ਸਰਕਾਰ ਬਣੀ ਕਰਦੇ ਆਏ ਆ। ਮੂੰਗੀ ਤੇ MSP ਦੀ ਗੱਲ ਹੋਈ ਸੀ, 83% ਮੂੰਗੀ ਬਿਨਾਂ MSP ਤੋਂ ਵਿਕੀ ਆ, ਤੇ ਉਹ ਵੀ ਮਤਲਬ ਜਿਵੇਂ ਕਹਿ ਲਈਏ ਵੀ ਉਹਦੇ 'ਚ ਬਾਅਦ 'ਚ ਕਿਸਾਨਾਂ ਨੂੰ ਬਲੇਮ ਕੀਤਾ ਗਿਆ ਕਿ ਇਹਨਾਂ ਨੇ ਜੀ ਮੂੰਗੀ ਦੀ ਫਸਲ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਲਿਆਂਦਾ, ਟਾਈਮ ਤੇ ਮੰਡੀ 'ਚ ਨਹੀਂ ਲੈ ਕੇ ਆਏ ਜੀ। ਉਹਦੇ ਤੇ ਉਹ ਜਿੰਨੀ ਮੂੰਗੀ ਤੇ MSP ਦੇਣੀ ਸੀ ਉਦੋਂ ਤੋਂ ਜ਼ਿਆਦਾ ਇਹਨਾਂ ਨੇ ਇਸ਼ਤਿਹਾਰਬਾਜ਼ੀ ਕੀਤੀ। ਉਸ ਤੋਂ ਬਾਅਦ ਦੀ ਗੱਲ ਕਰੀਏ, ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਇਹਨਾਂ ਨੇ ਕੀਤੀ ਸੀ, 1500 ਰੁਪਏ ਦੇਵਾਂਗੇ। ਹਾਲੇ ਤੱਕ ਉਹ 1500 ਰੁਪਇਆ ਕਿਸੇ ਕਿਸਾਨ ਨੂੰ ਮਿਲਿਆ ਨਹੀਂ, ਹਾਲਾਂਕਿ ਉਹਦੀ ਐਡ ਉਸ ਤੋਂ ਜ਼ਿਆਦਾ ਕਰਤੀ ਸੀ ਇਹਨਾਂ ਨੇ। ਤੇ ਜਿਹੜੀ ਗੱਲ ਇਹ ਕਹਿੰਦੇ ਆ ਕਿ ਕੇਜਰੀਵਾਲ 500 ਰੁਪਇਆ ਦੇਊ, ਜਿਹੜਾ ਮੁੱਖ ਮੰਤਰੀ ਸਾਡੇ ਸੂਬੇ ਦੇ ਹੈਲੀਕਾਪਟਰ ਨੂੰ ਵਰਤ ਰਿਹਾ, ਕਦੇ ਗੁਜਰਾਤ ਜਾਣ ਲਈ, ਕਦੇ ਹਿਮਾਚਲ ਜਾਣ ਲਈ, ਜਿਹੜਾ ਮੁੱਖ ਮੰਤਰੀ ਹੋਰਾਂ ਸੂਬਿਆਂ 'ਚ ਚੋਣ ਲੜਨ ਲਈ, ਦੂਜੇ ਸੂਬਿਆਂ 'ਚ ਚੋਣ ਲੜਨ ਲਈ ਸਾਡੇ ਪੰਜਾਬ ਦੇ ਪੈਸੇ ਦੇ ਨਾਲ ਇਸ਼ਤਿਹਾਰਬਾਜ਼ੀ ਕਰ ਰਿਹਾ, ਐਡ ਕਰ ਰਿਹਾ, ਉਹ 500 ਰੁਪਇਆ ਸਾਨੂੰ ਦੇਊ? ਉਹਦੇ ਤੋਂ ਉਮੀਦ ਰੱਖੀ ਜਾ ਸਕਦੀ ਹੈ? ਇੱਕ ਹੋਰ ਜੀ ਤੋਂ ਮੰਗ ਰਹੇ ਆ, ਠੀਕ ਹੈ, ਕੇਂਦਰ ਤੋਂ ਮੰਗਣਾ ਸੂਬਿਆਂ ਦਾ ਹੱਕ ਆ, ਅਸੀਂ ਇਸ ਗੱਲ ਨਾਲ ਸਹਿਮਤ ਆ, ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ, ਅਸੀਂ ਮਾੜਾ ਨਹੀਂ ਕਹਿੰਦੇ ਕਿ ਪੰਜਾਬ ਕਿਉਂ ਮੰਗ ਰਿਹਾ, ਮੰਗਣਾ ਚਾਹੀਦਾ। ਸਾਡਾ ਟੈਕਸ ਜਾਂਦਾ, ਸਾਡੀ ਮਿਹਨਤ ਦਾ ਪੈਸਾ ਉੱਥੇ ਕੇਂਦਰ ਕੋਲ ਜਾਂਦਾ, ਪਰ ਕੇਂਦਰ ਉਹੀ ਕੇਂਦਰ ਆ ਨਾ ਜਿਹਨੇ ਕਿਸਾਨਾਂ ਨੂੰ 1.25 ਸਾਲ ਬਾਰਡਰਾਂ ਤੇ ਬਿਠਾਇਆ, 800 ਕਿਸਾਨ ਸਾਡਾ ਸ਼ਹੀਦ ਹੋਇਆ, ਉਹੀ ਭਾਜਪਾ ਦੀ ਸਰਕਾਰ ਹੈ। ਉਹਦੇ ਤੋਂ ਕਿਵੇਂ ਉਮੀਦ ਕਰ ਸਕਦੇ, ਔਰ ਉਹ ਵੀ ਬਿਨਾਂ ਗੱਲ ਕੀਤੇ? ਤੁਹਾਨੂੰ ਲੱਗਦਾ ਕੇਂਦਰ ਨੇ 1500 ਨਹੀਂ ਦੇਣਾ? ਗੱਲ ਤਾਂ ਅਸੀਂ ਕੀਤੀ ਨਹੀਂ ਕਿਸੇ ਨਾਲ, ਗੱਲ ਤਾਂ ਅਸੀਂ ਹਵਾ 'ਚ ਕੀਤੀ ਆ। ਪੰਜਾਬ ਦੀ ਸਰਕਾਰ ਨੇ, ਆਮ ਆਦਮੀ ਪਾਰਟੀ ਸਰਕਾਰ ਨੇ ਹਵਾ 'ਚ ਗੱਲ ਕੀਤੀ ਹੈ ਕਿ ਅਸੀਂ ਮੰਗ ਕੀਤੀ ਆ, ਪ੍ਰਪੋਜ਼ਲ ਸਿੱਟਤੀ ਕੇਂਦਰ ਦੇ ਵਿਹੜੇ 'ਚ, ਕੇਂਦਰ ਜਵਾਬ ਦੇਊਗਾ ਤਾਂ ਦੋਸ਼ੀ ਆ, ਕੇਂਦਰ ਦੇਊਗਾ। ਇਹ ਦੇਖੋ 2500 ਰੁਪਏ ਨਾਲ ਕੁਝ ਨਹੀਂ ਬਣਨਾ ਕਿਸਾਨ ਦਾ। ਜੇ ਤੁਸੀਂ ਚਾਹੁੰਦੇ ਹੋ ਪਰਾਲੀ ਨੂੰ ਖਤਮ ਕੀਤਾ ਜਾਵੇ, 5000 ਤੋਂ 7000 ਰੁਪਇਆ ਖਰਚਾ ਆਊਗਾ। ਜੇ ਤੁਸੀਂ ਕਿਸਾਨ ਦੀ ਮਦਦ ਕਰਨੀ ਚਾਹੁੰਦੇ ਹੋ, ਕਾਂਗਰਸ ਦੀ ਸਰਕਾਰ ਨੇ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਸੀ, ਡੀਜ਼ਲ ਤੋਂ ਵੈਟ ਘਟਾਇਆ ਸੀ, ਤੁਸੀਂ ਡੀਜ਼ਲ ਸਸਤਾ ਕਰੋ ਨਾ, ਡੀਜ਼ਲ ਤੋਂ ਵੈਟ ਘਟਾ ਦਿਓ, ਅਸੀਂ ਮੰਨਾਂਗੇ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਹੋ। ਫਿਰ ਕੇਂਦਰ ਤੋਂ ਮੰਗਣਾ ਹੱਕ ਆ, ਪਰ ਤੁਸੀਂ 780 ਕਰੋੜ ਰੁਪਈਆ ਨਹਿਰਾਂ ਨੂੰ ਰਿਪੇਅਰ
ਕਰਨ ਲਈ, ਨਹਿਰਾਂ ਨੂੰ ਪੱਕੀਆਂ ਕਰਨ ਲਈ ਖਰਚੀ ਜਾਂਦੇ ਹੋ, ਉਹ ਬਜਟ ਦੇ ਵਿੱਚ ਰੱਖਿਆ ਹੈ, ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ, ਤੁਸੀਂ ਆਪਣੇ ਕੋਲ ਦੇ ਦਿਓ। ਸਾਡਾ ਪਾਣੀ ਜਿਹੜਾ ਰਾਜਸਥਾਨ ਨੂੰ ਜਾ ਰਿਹਾ, ਤੁਸੀਂ ਉਹ ਚਾਹੁੰਦੇ ਹੋ ਵੀ ਸਾਡਾ ਜਿਹੜਾ ਆਲਾ ਦੁਆਲਾ ਉਹ ਸੁੱਕ ਜੇ। ਜਿਹੜਾ ਰਾਜਸਥਾਨ ਨੂੰ ਜਾਂਦੇ ਰਾਹ ਦੀ ਨਹਿਰ ਆ, ਉਹਦਾ ਆਲਾ ਦੁਆਲਾ ਤਾਂ ਤੁਸੀਂ ਸੁਕਾਉਣ ਨੂੰ ਬੈਠੇ ਹੋ, ਤੇ ਤੁਸੀਂ ਲੋੜ ਕੀ ਹੈ ਤੁਹਾਨੂੰ ਪੈਸੇ ਹੋਰ ਪਾਸੇ ਮੰਗਣ? ਜੇ ਕਿਸਾਨ ਹਿਤੈਸ਼ੀ ਹੋ। ਨਹੀਂ ਪਰ ਨਹੀਂ ਬਰਾੜ ਸਾਹਿਬ, ਮੈਂ ਤੁਹਾਨੂੰ ਵਿਚਾਲੇ ਰੋਕਣਾ, ਤੁਸੀਂ ਕਹਿ ਰਹੇ ਹੋ ਕਿ 5 ਤੋਂ 7,000 ਦਾ ਖਰਚਾ ਹੈ, ਪਰ ਉਹ ਕਿਹਾ ਜਾਂਦਾ ਨਾ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਤਾਂ ਫਿਰ ਜੇ 5 ਤੋਂ 7,000 ਨਹੀਂ ਤਾਂ 2500 ਹੀ ਪਹੁੰਚ ਜਾਵੇ ਤਾਂ ਉਹ ਵੀ ਤਾਂ ਕਿਸਾਨਾਂ ਦੇ ਲਈ ਰਾਹਤ ਹੋ ਸਕਦੀ ਹੈ। ਨਹੀਂ, ਤਿੰਨ ਸਰਕਾਰਾਂ ਤੋਂ ਤਿੰਨ ਸਰਕਾਰਾਂ ਦੇ ਰਹੀਆਂ ਨਾ ਰਲ ਕੇ। ਪਹਿਲੀ ਸਰਕਾਰ ਪੰਜਾਬ ਦੀ ਆ, ਜਿਹਨੇ ਹਾਲੇ ਤੱਕ ਮੂੰਗੀ ਦੀ MSP ਤੇ ਕਿਸਾਨਾਂ ਦੀ ਸਿੱਧੀ ਬਿਜਾਈ ਦੇ ਪੈਸੇ ਨਹੀਂ ਦਿੱਤੇ, ਕੋਈ ਉਮੀਦ ਨਹੀਂ, ਇਹ ਸਭ ਝੂਠ ਆ। ਦੂਜੀ ਸਰਕਾਰ ਮੈਂ ਦੱਸਦਾ ਵੀ ਦਿੱਲੀ ਦੀ ਆ, ਕੇਜਰੀਵਾਲ ਦੀ ਸਰਕਾਰ ਆ, ਜਿਹੜੀ ਸਾਡੇ ਪੈਸੇ ਨਾਲ ਚੱਲ ਰਹੀ ਆ, ਜਿਹਦੀ ਐਡਵਰਟਾਈਜ਼ਮੈਂਟ ਸਾਡੇ ਪੈਸੇ ਨਾਲ ਹੋ ਰਹੀ ਹੈ। ਸਾਡੇ ਜਹਾਜ਼ ਦੇ ਖਰਚੇ ਤੇ ਵਿਧਾਨ ਸਭਾ ਛੱਡ ਕੇ ਭਗਵੰਤ ਮਾਨ ਕਦੇ ਹਿਮਾਚਲ ਜਾਂਦਾ, ਕਦੇ ਗੁਜਰਾਤ 45 ਲੱਖ ਦਾ ਚਰਖਾ ਕੱਤਣ ਜਾਂਦਾ। ਤੀਜੀ ਸਰਕਾਰ ਉਹ ਆ ਭਾਜਪਾ ਦੀ, ਜਿਹੜੀ ਕਿਸਾਨਾਂ ਨੂੰ ਹੁਣ MSP ਦੀ ਗੱਲ ਸੀ, MSP ਦਾ ਵਾਅਦਾ ਕੀਤਾ ਸੀ, MSP ਦੀ ਕਮੇਟੀ ਬਣਾਤੀ, ਉਹੀ ਸੰਜੇ ਅਗਰਵਾਲ ਵਰਗੇ, ਉਹੀ ਰਮੇਸ਼ ਚੰਦ ਵਰਗੇ ਨੀਤੀ ਯੋਗ ਵਾਲੇ, ਜਿਨ੍ਹਾਂ ਨੇ ਇਹ ਖਰੜੇ ਤਿਆਰ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ, ਤੇ ਜਿਨ੍ਹਾਂ ਨੇ ਕਿਸਾਨ ਵਿਰੋਧੀ ਬਿੱਲ ਤਿਆਰ ਕੀਤੇ ਸੰਜੇ ਅਗਰਵਾਲ ਹੋਰਾਂ ਨੇ, ਉਹਨਾਂ ਨੂੰ ਕਮੇਟੀ 'ਚ ਬਣਾ। ਕਿਵੇਂ ਅਸੀਂ ਮੰਨ ਲਈਏ ਵੀ ਇਹ ਤਿੰਨੇ ਸਰਕਾਰਾਂ ਕਿਸਾਨ ਹਿਤੈਸ਼ੀ ਆ? ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਕੋਈ ਗੱਲ ਨਹੀਂ, ਉਮੀਦ ਤੇ ਅਸੀਂ ਜਿਉਂਦੇ ਆ। ਜੇ ਸਰਕਾਰ ਕਰੂਗੀ ਨਾ, ਜੇ ਕੰਮ ਕਰੂ 2500 3000 4000 ਦੇਊਗੀ ਸਰਕਾਰ, ਤੇ ਅਸੀਂ ਉਹਦੀ ਸ਼ਲਾਘਾ ਕਰਾਂਗੇ, ਅਸੀਂ ਸਰਕਾਰ ਦੇ ਹੱਕ ਵਿੱਚ ਮੈਂ ਜਵਾਬ ਲਵਾਂਗਾ। ਇੱਕ ਵਾਰੀ ਮੈਂ ਚੰਨੀ ਸਾਹਿਬ ਦਾ ਰੁਖ ਕਰ ਲਾਂ, ਉਸ ਤੋਂ ਬਾਅਦ ਅਹਿਬਾਬ ਗਰੇਵਾਲ ਜੀ ਤੁਹਾਡੇ ਕੋਲ ਆਉਣਾ। ਬਹੁਤ ਸਾਰੇ ਸਵਾਲ ਇਕੱਠੇ ਹੋ ਗਏ ਨੇ। SS ਚੰਨੀ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਹੋਪਫੁਲੀ। ਦੇਖੋ, ਨਾ ਤਾਂ ਕਾਂਗਰਸ ਨੂੰ ਉਮੀਦ ਹੈ ਕਿ ਸੈਂਟਰ ਪੈਸੇ ਦੇਗੀ, ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਹ ਸੁਣਦੇ ਨਹੀਂ, ਇਸ ਕਰਕੇ ਅਸੀਂ ਡਾਇਰੈਕਟਲੀ ਇੱਕ ਕਾਊਂਟਰ ਦੇ ਦਿੱਤਾ ਪ੍ਰਪੋਜ਼ਲ 1500 ਰੁਪਏ ਪ੍ਰਤੀ ਕੁਇੰਟਲ ਦਾ। ਤੁਸੀਂ ਇਸ ਦੇ ਉੱਤੇ ਕਿਵੇਂ ਰਿਐਕਟ ਕਰਦੇ ਹੋ ਸਰ? 1500 ਰੁਪਇਆ ਕੇਂਦਰ ਤੋਂ ਪੰਜਾਬ BJP ਸੋਚਦੀ ਹੈ ਕਿ ਲੈ ਆਵਾਂਗੇ, ਮਿਲ ਜਾਏਗਾ, ਕਿਸਾਨਾਂ ਤੱਕ ਪਹੁੰਚ ਜਾਏਗਾ। ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਹਾਡੇ ਚੈਨਲ ਤੇ ਜਦੋਂ ਸਪੈਸ਼ਲ ਇੱਕ ਇੰਟਰਵਿਊ ਦਿੱਤੀ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ, ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਬਹੁਤ ਅੱਛੀ ਲਾਈਜ਼ਨਿੰਗ ਔਰ ਅੱਛਾ ਜਿਹੜਾ ਮੇਰਾ ਤਲਕਾਤ ਹੈਗਾ ਔਰ ਮਿਲਵਰਤਨ ਹੈਗਾ, ਚਾਹੇ ਆਨਰੇਬਲ ਪ੍ਰਾਈਮ ਮਿਨਿਸਟਰ ਹੈ, ਚਾਹੇ ਅਮਿਤ ਸ਼ਾਹ ਜੀ ਨੇ, ਚਾਹੇ ਹੋਰ ਸੈਂਟਰਲ ਗਵਰਨਮੈਂਟ ਮਿਨਿਸਟਰੀਜ਼ ਨੇ, ਮੇਰਾ ਬਹੁਤ ਵਧੀਆ ਚੱਲ ਰਿਹਾ, ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਉਹਨਾਂ ਨੇ ਤੁਹਾਡੇ TV ਚੈਨਲ ਤੇ ਮੰਨਿਆ ਸੀ। ਦੂਜੀ ਗੱਲ, ਇਹ ਜਿਹੜੇ ਪਾਰਟੀ ਹੈਗੀ ਹੈ, ਇਹ ਸ਼ਗੂਫੇ ਕਿਉਂ ਛੱਡ ਰਹੀ? ਤੁਸੀਂ ਜੇ ਇਹਨਾਂ ਦਾ ਇੱਕ ਗੋਪਾਲ ਰਾਏ ਮਿਨਿਸਟਰ ਹੈਗਾ ਦਿੱਲੀ ਦਾ, এনवायरमेंट ਮਿਨਿਸਟਰ, ਉਹਨੇ ਕਿਹਾ ਸੀ ਵੀ ਸਾਡੀ ਸਰਕਾਰ ਬਣ ਜੇ ਤੇ ਅਸੀਂ ਜਿਹੜਾ ਬਾਇਓਕੈਮੀਕਲ ਸਿਸਟਮ ਹੈਗਾ ਪੂਸਾ, ਉਹ ਅਸੀਂ ਦੇਵਾਂਗੇ, ਜਿਹੜਾ ਕਿ ਟੋਟਲੀ ਫ੍ਰੀ ਆਫ ਕਾਸਟ ਹੋਏਗਾ, ਔਰ ਉਹਦੇ ਨਾਲ ਜਿਹੜਾ ਸਟਬਲ ਹੈਗਾ ਉਹ ਸੋਇਲ ਦੇ ਵਿੱਚ ਕਨਵਰਟ ਹੋ ਜਾਏਗਾ ਔਰ ਉਹਨਾਂ ਨੂੰ ਫਾਇਦਾ ਹੋਏਗਾ। ਇਹ ਇਹਨਾਂ ਦਾ ਵਾਅਦਾ ਸੀਗਾ ਕਿ ਸਾਡੀ ਸਰਕਾਰ ਬਣਾਓ, ਅਸੀਂ ਇਹ ਕੰਮ ਜਿਹੜਾ ਹੈਗਾ ਇਹ ਕਰਾਂਗੇ। ਤੀਜੀ ਗੱਲ, ਇਹਨਾਂ ਦੇ ਬਹੁਤ ਵਧੀਆ ਔਰ ਬਹੁਤ ਐਕਸਪਰਟ, ਖਾਸ ਕਰਕੇ ਇਨਕਮ ਟੈਕਸ, ਕਿਉਂਕਿ ਉਹਨਾਂ ਦੀ ਬੈਕਗ੍ਰਾਉਂਡ ਹੈ ਕੇਜਰੀਵਾਲ ਸਾਹਿਬ ਦੀ, ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਤਾਂ ਸਾਰੇ ਪੈਸੇ ਹੈਗੇ ਨੇ, ਮੈਨੂੰ ਕਿਤੋਂ ਕੋਈ ਪੈਸੇ ਦੀ ਲੋੜ ਨਹੀਂ ਹੈਗੀ। ਪਰ ਐਡਾ ਵੱਡਾ ਮਜ਼ਾਕ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਡਵਾਤਾ ਕਿ ਪਹਿਲੀ ਮੀਟਿੰਗ ਜਿਹੜੀ ਕਰਟਸੀ ਕਾਲ ਸੀ, ਉਹਦੇ ਵਿੱਚ ਹੀ ਉਹ ਪ੍ਰਪੋਜ਼ਲ ਦਵਾ ਦਿੱਤੀ ਸੀ, ਸਾਨੂੰ 2 ਸਾਲਾਂ ਵਾਸਤੇ 50,000 ਰੁਪਈਆ ਕਰੋੜ ਰੁਪਈਆ ਦੇ ਦਿਓ ਤੇ ਫਿਰ ਅਸੀਂ ਸ਼ਾਇਦ ਨਹੀਂ ਮੰਗਾਂਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਦੀ ਸਰਕਾਰ ਦੀ ਇਹ ਡਿਊਟੀ ਹੈਗੀ ਹੈ ਕਿ ਦੂਜੀ ਗੱਲ ਮੈਂ ਜਿਹੜੀ ਅਸਲੀ ਕਰਨੀ ਚਾਹੁੰਦਾ ਉਹ ਹੈਗੀ ਹੈ ਕਿ ਦੇਖੋ, ਇਹ ਜਿਹੜੀ এনवायरमेंट ਅਥਾਰਟੀ ਹੈਗੀ ਹੈ, ਉਹਨੇ ਸੁਪਰੀਮ ਕੋਰਟ ਨੂੰ ਸਬਮਿਟ ਕੀਤਾ ਸੀਗਾ ਕਿ ਜਿਹੜੇ ਪੈਸੇ ਦੇਣਾ ਹੈਗਾ ਸਟਬਲ ਬਰਨਿੰਗ ਵਾਸਤੇ ਵੀ ਉਹ ਨਾ ਬੰਦ ਕੀਤਾ ਜਾਵੇ। ਉਹ ਪਰਵਰਸ ਜਿਹੜੀ ਹੈਗੀ ਹੈ ਸਾਡੀ ਪਾਲਿਸੀ ਹੈ, ਕਿਉਂਕਿ ਜਿੰਨੀ ਦੇਰ ਅਸੀਂ ਜ਼ਿਆਦਾ ਦਾ ਯੂਜ਼ ਕਰੀਏ ਇੰਡਸਟਰੀਅਲ ਯੂਜ਼, ਉਹਦੇ ਵਿੱਚ ਸਾਡੇ ਕੋਲ ਸ਼ੂਗਰ ਮਿੱਲਾਂ ਨੇ, ਪੇਪਰ ਮਿੱਲਾਂ ਨੇ, ਪਲਪ ਮਿੱਲਾਂ ਨੇ, ਹੋਰ ਇੰਡਸਟਰੀ ਹੈ ਜਿਹੜੀ ਯੂਜ਼ ਕਰਦੀ ਹੈਗੀ ਹੈ, ਇਹਨੂੰ ਐਜ਼ ਅ ਫਿਊਲ ਯੂਜ਼ ਕਰੀਏ, ਜਾਂ ਫਿਰ ਹੈਗਾ ਕਿ ਅਸੀਂ ਇਹਦੀ ਕੰਪੋਸਟ ਜਿਹੜਾ ਹੈਗਾ ਉਹ ਬਣਾਈਏ ਹੈਗੇ। ਔਰ ਈਵਨ ਛੱਤੀਸਗੜ੍ਹ ਦੇ ਵਿੱਚ ਵੀ ਇੱਕ ਬਹੁਤ ਅੱਛਾ ਮਾਡਲ ਹੈਗਾ, ਉਹ ਗੋਥਾਨ ਕਹਿੰਦੇ ਨੇ। 5 ਏਕੜ ਜਿਹੜੀ ਜ਼ਮੀਨ ਹੈਗੀ ਆ, ਉਹ ਜਿਹੜੀ ਕਾਮਨ ਲੈਂਡ ਦੇ ਕੇ ਉਹਦੇ ਵਿੱਚ ਸਾਰਾ ਸਟਬਲ ਜਿਹੜਾ ਉਹਨੂੰ ਟਰਾਂਸਪੋਰਟ ਜਿਹੜੀ ਸਬਸਿਡੀ ਦਿੰਦੇ ਨੇ, ਉਹ ਲਿਆ ਕੇ ਉੱਥੇ ਤੇ ਐਂਜ਼ਾਈਮਸ ਵਗੈਰਾ ਪਾ ਕੇ ਉਹਦੀ ਕੰਪੋਸਟ ਬਣਾ ਕੇ ਉਹਨੂੰ ਯੂਜ਼ ਕਰਦੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਆਪਾਂ ਪੈਸੇ ਦੇ ਵੀ ਦੇਈਏ ਤੇ ਸਟਬਲ ਬਰਨਿੰਗ ਫੇਰ ਵੀ ਰਵੇ, ਕਿਉਂਕਿ ਲੋਕਾਂ ਕੋਲੇ 2-3 ਹਫ਼ਤਿਆਂ ਦਾ ਟਾਈਮ ਹੁੰਦਾ ਕਣਕ ਬੀਜਣ ਦਾ ਜਾਂ ਆਲੂ ਲਾਉਣ ਦਾ। ਉਹਦੇ ਵਿੱਚ ਜਿੰਨੀ ਦੇਰ ਅਸੀਂ ਮਸ਼ੀਨਰੀ ਨਹੀਂ ਦਿੰਦੇ ਜਾਂ ਇਹਦਾ ਕੋਈ ਅਲਟਰਨੇਟਿਵ ਅਰੇਂਜਮੈਂਟ ਅਸੀਂ ਨਹੀਂ ਕਰਦੇ ਇੰਡਸਟਰੀ ਵਾਈਜ਼, ਜਿਹੜਾ ਕਿ ਸਾਡੇ ਕੋਲ ਇੱਕ ਰॉ ਮਟੀਰੀਅਲ ਹੈਗਾ, ਉਹਨੂੰ ਅਸੀਂ ਕਿਸੇ ਪ੍ਰੋਡਕਟਿਵ ਤਰੀਕੇ ਦਾ ਨਾਲ ਯੂਜ਼ ਨਹੀਂ ਕਰਦੇ ਫਾਰ ਦੀ
ਗਰੋਥ ਐਂਡ ਪ੍ਰੋਮੋਸ਼ਨ ਆਫ ਦੀ ਸਟੇਟ ਦੀ ਇੰਡਸਟਰੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਹੁਣ ਤੁਸੀਂ ਦੇਖੋ, ਇਹ ਕਹਿੰਦੇ ਸੀ ਗੱਲ ਨਹੀਂ ਕੀਤੀ, ਗੱਲ ਕਿਉਂ ਨਹੀਂ? ਤੇ ਗੱਲ ਕਰਨੀ ਚਾਹੀਦੀ ਹੈ। ਪਹਿਲਾਂ ਜਿਹੜੀ ਸਕੀਮ ਬਣਾਈ ਸ਼ਗੂਫਾ ਛੱਡਤਾ, 500 ਦੇਣਗੇ 500 ਦੇ ਨਹੀਂ, ਉਹ ਇਲਜ਼ਾਮ ਲਗਾ ਰਹੇ ਸਰ, ਕੀ ਕਹਿੰਦੇ ਸੁਣਦੀ ਨਹੀਂ ਕੇਂਦਰ ਦੀ ਸਰਕਾਰ, ਇਸ ਕਰਕੇ ਅਸੀਂ ਗੱਲ ਨਹੀਂ ਕੀਤੀ। ਨਹੀਂ ਫਿਰ ਤਾਂ ਸੁਣ ਲੈਣਗੇ ਜਿਸ ਨੂੰ ਔਨ ਦੀ ਵਨ ਹੈ। ਜਿਵੇਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਉਹ ਕਹਿੰਦੇ ਮੇਰੀ ਤਾਂ ਕੋਈ ਪ੍ਰੋਬਲਮ ਹੀ ਨਹੀਂ, ਮੈਨੂੰ ਬੀਐਸਐਫ ਦੀ। ਠੀਕ ਹੈ, ਮੈਂ ਜਵਾਬ ਲੈ ਲਵਾਂ ਸਰ, ਤੁਹਾਡਾ ਵੈਲਿਡ ਪੁਆਇੰਟ ਹੈ ਅਹਿਬਾਬ ਗਰੇਵਾਲ ਜੀ। ਉਹ ਕਹਿ ਰਹੇ ਕਿ ਸੀਐਮ ਕਹਿੰਦੇ ਨੇ ਕਿ ਮੇਰੀ ਸੈਂਟਰ ਦੇ ਨਾਲ, ਪ੍ਰਧਾਨ ਮੰਤਰੀ ਦੇ ਨਾਲ ਬਿਲਕੁਲ ਵਧੀਆ ਹੈਗੀ ਆ, ਤਾਂ ਫਿਰ ਗੱਲ ਕਿਉਂ ਨਹੀਂ ਹੁੰਦੀ? ਸਰ ਮੈਂ ਚੰਨੀ ਸਾਹਿਬ ਤੇ ਬਾਅਦ ਤੋਂ ਆਉਂਗਾ, ਪਹਿਲਾਂ ਮੈਂ ਰਾਏ ਸਾਹਿਬ ਦਾ ਜਵਾਬ ਦਵਾਂ। ਰਾਏ ਸਾਹਿਬ, ਕੋਸ਼ਿਸ਼ ਹੋ ਰਹੀ ਹੈ, ਅਸੀਂ 2 ਫਸਲਾਂ ਮੰਗੀਆਂ, ਅਸੀਂ ਮਸ਼ਰੂਮ ਲਿਆ ਰਹੇ ਹਾਂ, ਅਸੀਂ 2-3 ਫਸਲਾਂ ਹੋਰ ਲਿਆ ਰਹੇ ਹਾਂ, ਪਰਾਲੀ ਤਾਂ ਅਸੀਂ ਖਰੀਦਾਂਗੇ। ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ, ਰੱਬ ਦਾ ਵਾਸਤਾ ਡਿਸਕ੍ਰੈਡਿਟ ਨਾ ਹੋ। ਸਾਡਾ ਕਿਸਾਨ ਮੰਗਦਾ, ਜਿਹੜਾ ਕੁਝ ਘਾਟਾ ਵਾਧਾ ਹੋਇਆ ਪੂਰਾ ਕਰਾਂਗੇ। ਸਾਨੂੰ 4 ਮਹੀਨਿਆਂ 'ਚ ਅਸੀਂ ਬਿਜਲੀ ਦਾ ਕੁਝ ਹੋਰ ਕਰਦੇ ਹਾਂ, ਤੁਸੀਂ ਕਹਿੰਦੇ ਆਹ ਵੀ ਕਰੋ। 4 ਮਹੀਨਿਆਂ 'ਚ ਕਿਸੇ ਵੀ ਸਰਕਾਰ ਨੂੰ ਤੁਸੀਂ ਇਸ ਮਾਪਦੰਡ ਤੇ ਰੱਖਿਆ ਨਹੀਂ ਰੱਖਿਆ, ਤਾਂ ਹੀ ਡਿਸਕ੍ਰੈਡਿਟ ਹੁੰਦੇ ਨੇ ਜਦੋਂ ਇਹ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੁੰਦੇ। ਇੱਕ ਮਿੰਟ ਰੁਕੋ ਸਰ, ਇੱਕ ਮਿੰਟ, ਮੈਨੂੰ ਡਿਸਟਰਬ ਨਾ ਕਰੋ ਰਾਏ ਸਾਹਿਬ ਪਲੀਜ਼, ਇੱਕ ਮਿੰਟ। ਗੌਰਵ ਜੀ, ਮੈਂ ਇੱਕ ਗੱਲ ਕਹਿ ਰਿਹਾ, ਅਸੀਂ ਐਮਐਸਪੀ ਵੀ ਲਾਵਾਂਗੇ, ਸਾਰਾ ਕੁਝ ਕਰਾਂਗੇ। ਗੱਲ ਸਿਰਫ ਇੰਨੀ ਕਿ 4 ਮਹੀਨਿਆਂ 'ਚ ਸਾਨੂੰ ਜਿਹੜੇ ਮਾਪਦੰਡ ਤੇ ਤੋਲਿਆ ਜਾ ਰਿਹਾ, ਉੱਤੇ ਕਿਸੇ ਹੋਰ ਨੂੰ ਤੋਲਿਆ ਹੁੰਦਾ, ਅੱਜ ਪੰਜਾਬ ਦਾ ਫਾਇਦਾ ਹੋਇਆ ਹੁੰਦਾ। ਪਹਿਲੀ ਗੱਲ। ਦੂਜੀ ਗੱਲ, ਪੰਜਾਬ ਦਾ ਪਾਣੀ, ਮੈਂ ਹੈਰਾਨ ਹੋ ਗਿਆ। ਮੈਂ ਵਾਟਰ ਕੰਜ਼ਰਵੇਸ਼ਨ ਦੀ ਮੀਟਿੰਗ ਤੇ ਗਿਆ, ਜਿੱਥੇ ਤੁਸੀਂ ਹੈਰਾਨ ਨਹੀਂ ਮੰਨੋਗੇ, ਪੰਜਾਬ ਦਾ ਫਾਲਤੂ ਜਿੰਨਾ ਪਾਣੀ ਰਾਜਸਥਾਨ ਨੂੰ ਜਾ ਰਿਹਾ, ਕਿਉਂਕਿ ਜਿੰਨੀਆਂ ਇਹਨਾਂ ਨੇ ਮੋਟਰਾਂ ਵੰਡਤੀਆਂ, ਅੱਜ ਨਹਿਰੀ ਪਾਣੀ ਜਿਹਦੇ ਚ ਆਕਸੀਜਨ ਵੱਧਦਾ, ਮਿਨਰਲ ਵੱਧਦਾ, ਉਹ ਨਹੀਂ ਜਾ ਰਿਹਾ। ਚਲੋ ਟੌਪਿਕ ਤੋਂ ਦੂਰ ਨਹੀਂ ਹੋਊਗਾ। ਕਾਂਗਰਸ ਦੀ ਤਰਾਸਦੀ ਕੀ ਹੈ ਜੀ? ਕਾਂਗਰਸ ਦੀ ਤਰਾਸਦੀ ਹੈ ਕਿ ਚਰਖਾ ਕੱਤਣ ਨੂੰ ਕਾਂਗਰਸ ਬੁਰਾ ਮੰਨਦੀ ਹੈ, ਤੇ ਜੇ ਚਰਖਾ ਕੱਤਣ ਨੂੰ ਕੋਈ ਕਾਰਨ ਤਾਂ ਹੋਊਗਾ। ਤੁਸੀਂ ਦਿੱਲੀ ਚ ਬੁਰਾ 45 ਲੱਖ ਨੂੰ ਮੰਨਦੇ ਆ, ਜਿਹੜਾ ਪੰਜਾਬ ਦੇ ਖਜ਼ਾਨੇ ਚੋਂ ਗਿਆ। ਚਰਖਾ ਕੱਤਣ ਨੂੰ ਨਹੀਂ ਬੁਰਾ ਮੰਨਦੇ। ਭਗਤ ਸਿੰਘ ਦੀ ਵਿਚਾਰਧਾਰਾ ਚਰਖਾ ਕੱਤਣ ਵਾਲੀ ਨਹੀਂ ਸੀ। ਇੱਕ ਗੱਲ ਤੇ ਖੜੋ, ਜਾਂ ਭਗਤ ਸਿੰਘ ਨਾਲ ਖੜੋ ਜਾਂ ਗਾਂਧੀ ਨਾਲ ਖੜੋ। ਮੈਨੂੰ ਬੋਲ, ਗਲਤ ਗੱਲ ਨਾ ਕਰੋ ਗਰੇਵਾਲ ਸਾਹਿਬ, ਅਸੀਂ ਚਰਖਾ ਕੱਤਣ ਨੂੰ ਬੁਰਾ ਨਹੀਂ ਮੰਨਦੇ। ਅਸੀਂ ਬਿਨਾਂ, ਸਾਨੂੰ ਚਰਖਾ 45 ਲੱਖ ਖਰਚਣ ਦਾ ਲਾਹਾ ਕੀ ਆ? 45 ਲੱਖ ਖਰਚ ਕੇ ਪੰਜਾਬ ਨੇ ਖੱਟਿਆ ਕੀ? ਸਾਨੂੰ ਇਹ ਦੱਸ ਦਿਓ ਬਸ। ਚਲੋ ਇੱਕ ਕਰਕੇ ਰਹੀਏ, ਇੱਕ ਕਰਕੇ ਮੁੱਦੇ ਤੋਂ ਵੀ ਕੀਤਾ। ਸਰ ਮੈਂ ਡਿਸਟਰਬ ਨਹੀਂ ਕੀਤਾ, ਮੈਂ ਡਿਸਟਰਬ ਨਹੀਂ ਹੋਊਂਗਾ। ਗਲਤ ਗੱਲਾਂ ਨਾ ਕਰੋ, ਗਲਤ ਗੱਲਾਂ ਨਾ ਕਰੋ। ਜੇ ਤੁਸੀਂ ਚਾਹੁੰਦੇ ਮੈਂ ਤੁਹਾਨੂੰ ਡਿਸਟਰਬ ਕਰਾਂ, ਤੁਸੀਂ ਮੈਨੂੰ ਡਿਸਟਰਬ ਕਰੋ। ਆਈ ਡਿਡ ਨਾਟ ਡਿਸਟਰਬ ਯੂ, ਪਲੀਜ਼ ਕੀਪ ਕੁਆਇਟ। ਠੀਕ ਹੈ ਗਰੇਵਾਲ ਸਾਹਿਬ, ਕੰਪਲੀਟ ਕਰ ਦਿਓ ਪਲੀਜ਼, ਸਮਾਂ ਨਾ ਖਰਾਬ ਹੋਵੇ ਪਲੀਜ਼। ਹਾਂ, ਮੈਂ ਕੰਪਲੀਟ ਕਰ ਰਿਹਾ, ਗੱਲ ਸੁਣੋ। ਇਹ ਕਨਫਿਊਜ਼ਡ ਹੈ, ਕਾਂਗਰਸ ਕਨਫਿਊਜ਼ਡ ਹੈ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਹੁਣ ਰਹੀ ਬੀਜੇਪੀ ਦੀ ਗੱਲ, ਚੰਨੀ ਸਰ ਬਹੁਤ ਅੱਛੇ ਬਿਊਰੋਕਰੈਟ ਰਹੇ ਨੇ, ਬਹੁਤ ਬੜੇ ਸ਼ਗੂਫਿਆਂ ਦੀ ਗੱਲ ਕਰਦੇ ਆ। ਕਾਲਾ ਧਨ ਆਏਗਾ, ਐਲਪੀਜੀ ਕਮ ਹੋਗਾ, ਪੈਟਰੋਲ ਕਮ ਹੋਗਾ, ਫਲਾਣਾ ਕਮ ਹੋਗਾ। ਬਾਅਦ ਚੋਂ ਇਹਨਾਂ ਦੇ ਹੋਮ ਮਿਨਿਸਟਰ ਕਹਿੰਦੇ ਚੁਣਾਵੀ ਜੁਮਲੇ ਆ। ਸਰ ਸਾਡੀਆਂ ਗਰੰਟੀਆਂ ਸੀ, ਅਸੀਂ 2 ਤਾਂ 4 ਮਹੀਨਿਆਂ 'ਚ ਪੂਰੀਆਂ ਕਰਤੀਆਂ, ਅਸੀਂ ਬਾਕੀ ਵੀ ਕਰਾਂਗੇ। ਗੌਰਵ ਜੀ, ਤੁਹਾਨੂੰ ਵਾਅਦਾ ਕੀਤਾ। ਮੈਂ ਗਰੇਵਾਲ ਸਾਹਿਬ ਪੁਆਇੰਟ ਦੇ ਉੱਤੇ ਆਉਣਾ ਚਾਹੁੰਦਾ। ਦੇਖੋ, ਪਰਾਲੀ ਦੇ ਮੁੱਦੇ ਉੱਤੇ ਗੱਲ ਹੈ, ਸਿੱਧਾ ਡਾਇਰੈਕਟ ਸਵਾਲ ਉਹੀ ਹੈ ਸਰ। ਪਲੀਜ਼, ਡਾਇਰੈਕਟ ਸਵਾਲ ਇਹ ਹੈ ਕਿ ਅਸੀਂ ਪਰਾਲੀ ਦੇ ਆਲਟਰਨੇਟਿਵ ਯੂਜ਼ਸ ਲਈ ਅਸੀਂ ਪਰਾਲੀ, ਮੈਂ ਖੁਦ ਇਨਵੋਲਵਡ ਹਾਂ, ਮੈਂ ਤਾਂ ਕਹਿ ਰਿਹਾ। ਮੈਂ ਇਹ ਪੁੱਛਣਾ ਚਾਹ ਰਿਹਾ, ਦੇਖੋ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਆਲਟਰਨੇਟ ਦਾ ਜ਼ਿਕਰ ਕਰ ਰਹੇ ਹੋ, ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਪ੍ਰਪੋਜ਼ਲ ਹੈ ਇਹ ਠੰਡੇ ਬਸਤੇ 'ਚ ਸਮਝਿਆ ਜਾਵੇ। ਨਹੀਂ, ਇਹ ਪ੍ਰਪੋਜ਼ਲ ਇਹ ਹੈ ਕਿ ਜਾਤੀ ਅਸੀਂ ਆਲਟਰਨੇਟ ਨਹੀਂ ਲਿਆਉਂਦੇ ਭਾਈ। 2500 ਲੱਗਦਾ, 1000 ਅਸੀਂ ਦੇਣ ਨੂੰ ਤਿਆਰ ਹਾਂ। ਮੋਦੀ ਜੀ, ਹੁਣ ਤਾਂ ਤੁਸੀਂ ਦਹੀਂ ਤੇ ਵੀ ਲੈ ਲਿਆ, ਹੁਣ ਤਾਂ ਪਨੀਰ ਤੇ ਵੀ ਲੈ ਲਿਆ, ਹੁਣ ਤਾਂ ਮੱਕੀ ਤੇ ਵੀ ਜੀਐਸਟੀ ਲੈ ਲਿਆ। ਗੱਲ ਕਿਉਂ ਨਹੀਂ ਸਰ, ਸੈਂਟਰ ਦੇ ਨਾਲ ਗੱਲ ਕਿਉਂ ਨਹੀਂ? ਜੇ ਗੱਲ ਨਹੀਂ ਹੋਈ ਤਾਂ ਫਿਰ ਕਿਵੇਂ ਚੜੇਗਾ ਸਿਰੇ? ਤੁਸੀਂ ਆਪ ਦੱਸੋ ਨਾ, ਲੋਕ ਜਾਣਨਾ ਚਾਹੁੰਦੇ ਨੇ ਕਿ ਕੀ ਪ੍ਰੋਸੈਸ ਅਪਣਾਇਆ ਜਾ ਰਿਹਾ ਕਿ ਪ੍ਰਪੋਜ਼ਲ ਸਿਰੇ ਚੜ ਜਾਵੇ। ਕਾਰਨ ਕੀ ਹੈ? ਕਿਉਂਕਿ ਜਿਵੇਂ ਸੈਂਟਰ ਚੱਲਦਾ ਉਦੋਂ ਤੁਹਾਨੂੰ ਚੱਲਣਾ ਪੈਂਦਾ। ਅਸੀਂ ਸੈਂਟਰ ਨੂੰ ਹੁਣ ਗੱਲ ਕਹਿਤੀ, ਹੁਣ ਪ੍ਰਪੋਜ਼ਲ ਜਾਊਗਾ ਤਾਂ ਗੌਰਵ ਜੀ ਸਿੰਪਲ ਜੀ ਗੱਲ ਹੈ, ਹੁਣ ਉਹਨਾਂ ਦੇ ਗਲ ਗੂਠਾ ਫਸੂਗਾ, ਹੁਣ ਇਹਨੂੰ ਹਾਂ ਕਰਨੀ ਪਊਗੀ। ਹੁਣ ਇਹ ਨਾ ਨਹੀਂ ਕਰ ਸਕਦੇ। ਜੇ ਅਸੀਂ ਗੱਲ ਕਰਨ ਲੱਗਦੇ ਨਾ, ਇਹਨਾਂ ਨੇ ਇਹਨਾਂ ਨੂੰ ਘੇਰਿਆਂ 'ਚ ਹੀ ਪਾਈ ਰੱਖਣਾ ਸੀ। ਮੈਨੂੰ ਲੱਗਦਾ ਹੈ ਮਨਜੀਤ ਜੀ ਸੋਚ ਰਹੇ ਹੋਣੇ ਕਿ ਜੇ ਇਹ ਸਿਚੁਏਸ਼ਨ ਹੋ ਗਈ ਤਾਂ ਫਿਰ ਤੁਸੀਂ 1500 ਘੱਟ ਕਹਿ ਦਿੱਤਾ ਕਿ ਜੇ ਮਨਾਉਣਾ ਹੀ ਸੀ 2500 4000 ਤੇ ਮਨਾ ਲੈਂਦੇ ਨਾ। ਨਹੀਂ, ਸਾਨੂੰ ਪਤਾ ਅਸੀਂ ਜਿਨ੍ਹਾਂ ਨਾਲ ਡੀਲ ਕਰ ਰਹੇ ਹਾਂ, ਸਾਨੂੰ ਪਤਾ ਉਹਨਾਂ ਨੇ ਸਾਨੂੰ ਬੇਅਰ ਮਿਨੀਮਮ ਦੇਣਾ, ਪਰ ਅਸੀਂ ਤਾਂ ਇਦੋਂ ਵੱਧ ਲਵਾਂਗੇ। ਪਰ ਜੇ 1500 ਤੋਂ ਸ਼ੁਰੂ ਹੋਵਾਂਗੇ ਤਾਂ ਹੀ 2000 ਲਵਾਂਗੇ। ਸਰ ਮਨਜੀਤ ਜੀ, ਮੈਨੂੰ ਇੱਕ ਗੱਲ ਦਾ ਜਵਾਬ ਦੇਣ ਕਿ ਮਨਜੀਤ ਜੀ, ਪਹਿਲੀ ਵਾਰੀ ਇੱਕ ਸਰਕਾਰ ਆਈ ਹੈ ਜਿਹੜੀ ਇਹਦੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਸਾਥ ਨਹੀਂ ਦੇ ਰਹੇ ਤੇ ਤੁਸੀਂ ਉੱਠਾ ਬੋਲ ਰਹੇ ਹੋ। ਮੈਂ ਜਵਾਬ ਲੈ ਲਵਾਂ ਇੱਕ ਵਾਰੀ, ਸਮਾਂ ਆਪਣਾ ਜ਼ਿਆਦਾ ਨਾ ਲੱਗੇ। ਮਨਜੀਤ ਜੀ ਦੇਖੋ, ਇਹ ਕਹਿ ਰਹੇ ਕਿ ਜਿਸ ਪੈਮਾਨੇ ਦੇ ਉੱਤੇ ਤੁਸੀਂ ਤੋਲ ਰਹੇ ਹੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, 4 ਮਹੀਨੇ ਦੇ ਵਿੱਚ ਸਭ ਕੁਝ ਚਾਹੁੰਦੇ ਹੋ,
ਕਿ ਜੇ ਇਹੀ ਕ੍ਰਾਈਟੇਰੀਆ ਬਾਕੀਆਂ ਦੇ ਲਈ ਹੁੰਦਾ, ਬਾਕੀਆਂ ਸਰਕਾਰਾਂ ਦੇ ਲਈ, ਤਾਂ ਵੱਖਰੀ ਸਥਿਤੀ ਹੋਣੀ ਸੀ ਪੰਜਾਬ ਦੀ। ਗੌਰਵ ਜੀ, ਤੁਹਾਡਾ ਆਮ ਆਦਮੀ ਪਾਰਟੀ ਨਾਲ ਖਾਸ ਪਿਆਰ ਹੈ, ਲੱਗਦਾ ਕਿ ਤਾਂ ਹੀ 4 ਮਹੀਨੇ ਦੇ ਵਿੱਚ ਕਹਿ ਰਹੇ ਹੋ ਕਿ ਸਭ ਕਰ ਦਿਓ, ਇਹ ਕਹਿਣਾ ਹੈ ਗਰੇਵਾਲ ਸਾਹਿਬ ਦਾ? ਨਹੀਂ ਗੌਰਵ ਜੀ ਮੇਰੀ ਬੇਨਤੀ ਸੁਣ ਲਿਓ। ਦੇਖੋ ਗਰੇਵਾਲ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ, ਗਰੇਵਾਲ ਸਾਹਿਬ ਤੁਹਾਨੂੰ ਤਾਂਹੀਓ ਬਦਲ ਕੇ ਲਿਆਏ ਆ ਕਿ ਉਹਨਾਂ ਨੇ ਕੱਖ ਨਹੀਂ ਕੀਤਾ 17 ਸਾਲਾਂ ਦੇ ਵਿੱਚ, ਕੱਖ ਨਹੀਂ ਕੀਤਾ। ਪਰ ਹੁਣ ਗੱਲ ਇਹ ਹੈ, ਤੁਸੀਂ ਗਰੇਵਾਲ ਸਾਹਿਬ ਵਾਅਦੇ ਕੀਤੇ ਨੇ, ਤੁਸੀਂ ਹੁਣ ਵੀ ਇਹ ਗੱਲ ਕਰ ਰਹੇ ਹੋ ਕਿ ਅਸੀਂ ਭਾਈ ਮਸ਼ਰੂਮ ਇੱਥੇ ਵਜਾਵਾਂਗੇ। ਕੀ ਮਸ਼ਰੂਮ ਖਰੀਦੋਗੇ ਸਾਰੀ ਦੀ ਸਾਰੀ? ਗਰੰਟੀ ਦਵਾਂਗੇ ਮਨਜੀਤ ਜੀ, ਗਰੰਟੀ ਦਵਾਂਗੇ, ਗਰੰਟੀ ਦਵਾਂਗੇ, ਗਰੰਟੀ। ਮਸ਼ਰੂਮ ਜ਼ਿਆਦਾ ਹੋ ਜੇ ਸਰ, ਐ ਲੈ ਕੇ ਆ ਰਹੇ, ਐ ਕਹਿ ਰਹੇ ਗਰੰਟੀ। ਪਰ ਮਨਜੀਤ ਜੀ ਮੇਰੀ ਗੱਲ ਸੁਣੋ, ਜੇ ਇੰਨੇ ਜ਼ੋਰ ਨਾਲ, ਜੇ ਇੰਨੇ ਜ਼ੋਰ ਨਾਲ ਜਿਹੜੇ ਤੁਹਾਡੇ ਜ਼ਿਮੀਦਾਰ ਭਰਾ ਇਲੈਕਸ਼ਨ 'ਚ ਖੜੇ ਹੋਏ ਸੀ, ਤੁਸੀਂ ਨਹੀਂ ਸਾਨੂੰ ਲੈ ਕੇ ਆਏ, ਤੁਸੀਂ ਨਹੀਂ ਲੈ ਕੇ ਆਏ। ਚਲੋ ਕੰਪਲੀਟ ਕਰ ਲੈਣ ਦਿਓ ਗਰੇਵਾਲ ਸਾਹਿਬ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਚਲੋ 20 ਸੈਕਿੰਡ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਮਨਜੀਤ ਜੀ ਸਾਨੂੰ ਕਹਿ ਰਹੇ ਹੋ। ਇੱਕ ਸੈਕਿੰਡ ਗਰੇਵਾਲ ਸਾਹਿਬ, ਤੁਸੀਂ ਆਪਣੀ ਗੱਲ ਰੱਖੀ ਹੈ। ਮਨਜੀਤ ਜੀ ਕੰਪਲੀਟ ਕਰ ਲਓ। ਮਨਜੀਤ ਜੀ ਮੈਂ ਬੇਨਤੀ ਕਰਾਂ, ਇਹਨਾਂ ਨੇ ਇਹ ਜਿਹੜੀ ਗੱਲ ਆਖੀ ਹੈ, ਕੱਲ ਨੂੰ ਇਹ 1500 ਮੰਨ ਲਓ ਬੀਜੇਪੀ ਨਹੀਂ ਦਿੰਦੀ, ਇਹਨਾਂ ਨੇ ਗੱਲ ਤਾਂ ਇਹ ਖੜਾ ਦਿੱਤੀ ਨਾ, ਅਸੀਂ ਤਾਂ ਜੀ ਕਿਸਾਨਾਂ ਲਈ ਬੜਾ ਕੁਛ ਕਰ ਰਹੇ ਆ। ਓਏ ਮੇਰੀ ਗੱਲ ਸੁਣੋ ਜੀ, 0 ਨਾਲੋਂ 1000 ਤਾਂ ਵਧੀਆ, 0 ਨਾਲੋਂ 1000 ਤਾਂ ਵਧੀਆ ਸਰ, 25 ਨਾਲੋਂ 1000 ਤਾਂ ਵਧੀਆ। ਅੱਜ ਠੀਕ ਹੈ, ਕਿਸੇ ਨੇ ਚਵਾਨੀ ਵੀ ਦਿੱਤੀ, ਅਸੀਂ ਤਾਂ 1000 ਦੇਣ ਨੂੰ ਤਿਆਰ ਹਾਂ। ਪਹਿਲੀ ਗੱਲ ਹੈ ਨਹੀਂ, ਦੇਣ ਨੂੰ ਤਿਆਰ ਹਾਂ, ਦਿੱਤਾ ਤਾਂ ਹੈ ਨਹੀਂ। ਤੁਸੀਂ ਕਿੱਥੋਂ ਆ ਗਏ ਭਾਈ ਸਾਹਿਬ? ਤੁਸੀਂ ਤਾਂ ਹੈ ਹੀ ਨਹੀਂ ਵਿੱਚ ਕਿਤੇ, ਐਵੇਂ ਸੱਦੀ ਨਾ ਬੁਲਾਈ, ਮੈਂ ਲੜੇ ਦੀ ਤਾਈ, ਤੁਸੀਂ ਰੋਕੋ ਜੀ, ਮੈਂ ਰਾਏ ਸਾਹਿਬ ਨਾਲ ਗੱਲ ਕਰ ਰਿਹਾ। ਰਾਏ ਸਾਹਿਬ ਮੇਰੀ ਸੁਣੋ ਗੱਲ, ਰਾਏ ਸਾਹਿਬ ਸੁਣੋ ਗੱਲ, ਮੈਂ ਇੱਕ ਗੱਲ ਕਹਿ ਰਿਹਾ, ਅਸੀਂ ਇੰਨੇ ਬੁਰੇ ਹੁੰਦੇ ਸਾਡੇ ਨਾਲ ਤੁਸੀਂ ਕਰਦੇ, ਤੁਸੀਂ ਇੰਨੇ ਜ਼ੋਰ ਨਾਲ ਜਿਹੜੇ ਕਿਸਾਨ ਵੋਟਾਂ 'ਚ ਖੜੇ ਹੋਏ ਸੀ ਉਹਨਾਂ ਦਾ ਵਿਰੋਧ ਕੀਤਾ ਹੁੰਦਾ ਨਾ, ਅਸੀਂ ਮੰਨਦੇ। ਉਦੋਂ ਤੱਕ ਫ੍ਰੈਂਡਲੀ ਮੈਚ ਚੱਲ ਰਿਹਾ ਸੀ। ਅਸੀਂ ਕਹਿ ਰਹੇ ਹਾਂ ਅਸੀਂ ਤਿਆਰ ਹਾਂ, ਮੈਂ ਪ੍ਰਪੋਜ਼ਲ ਲੈ ਕੇ ਆ ਰਿਹਾ ਸਰ, ਮੈਂ ਪਰਸਨਲੀ। ਚਲੋ ਠੀਕ ਹੈ, ਇੱਕ ਸੈਕਿੰਡ ਮੈਂ ਥੋੜਾ ਜਿਹਾ ਹੋਲਡ ਕਰਿਓ। ਮਨਜੀਤ ਜੀ ਤੁਸੀਂ ਵੀ, ਗਰੇਵਾਲ ਸਾਹਿਬ ਤੁਸੀਂ ਵੀ। ਕਮਲਜੀਤ ਬਰਾੜ ਜੀ ਇੱਕ ਤਾਂ ਕਹਿ ਰਹੇ ਕਿ ਕਾਂਗਰਸ ਕਨਫਿਊਜ਼ ਹੈ, ਤੇ ਦੂਜਾ ਪਾਸਾ ਉਹ ਕਹਿ ਰਹੇ ਕਿ ਤੁਸੀਂ 2500 ਵਾਲੇ ਪਾਸੇ ਜਾ ਰਹੇ ਹੋ। ਜੇ ਸੈਂਟਰ ਨੇ, ਮੈਂ ਜੋ ਸਮਝ ਪਾਇਆ ਗਰੇਵਾਲ ਸਾਹਿਬ ਦੀ ਗੱਲ ਤੋਂ, ਕਿ ਜੇ 1500 ਸੈਂਟਰ ਨੇ ਨਾ ਵੀ ਦਿੱਤਾ ਤਾਂ 1000 ਰੁਪਏ ਤਾਂ ਕਿਸਾਨਾਂ ਕੋਲ ਜਾਏਗਾ। ਮਤਲਬ ਇਹ ਹੈ ਕਿ ਪੰਜਾਬ ਤੇ ਦਿੱਲੀ ਦੀ ਸਰਕਾਰ ਤਾਂ 500 ਰੁਪਏ ਪ੍ਰਤੀ ਏਕੜ ਦੇਵੇਗੀ। ਗਰੇਵਾਲ ਸਾਹਿਬ ਠੀਕ ਹੈ, ਮੈਂ ਬਿਲਕੁਲ ਸਹੀ ਕਹਿ ਰਿਹਾ? ਬਿਲਕੁਲ ਠੀਕ ਹੈ, ਆਪਾਂ ਹੁਣ ਜਵਾਬ ਲੈ ਲਈ। ਗੌਰਵ ਜੀ ਠੀਕ ਹੈ, ਇੱਕ ਸੈਕਿੰਡ ਜੀ ਕਮਲਜੀਤ ਜੀ। ਗੌਰਵ ਜੀ ਮੂੰਗੀ ਵੇਗੀ ਨਾ, ਮੂੰਗੀ ਦੇ ਪੈਸੇ MSP ਮਿਲ ਗਈ ਆ। ਜਿਹੜੀ ਆਉਣ ਵਾਲੀ ਭਵਿੱਖ ਦੀ ਗੱਲ ਕਰ ਰਹੇ ਆਪਾਂ ਅੰਦਾਜ਼ੇ ਇਸ ਗੱਲ ਤੋਂ ਲਾ ਰਹੇ ਨਾ ਵੀ ਪਿੱਛੇ ਕੀ ਕਰਿਆ ਇਹਨਾਂ ਨੇ। ਜੇ ਮਨਜੀਤ ਰਾਏ ਇਹ ਗੱਲ ਕਹਿ ਰਿਹਾ ਕਿ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਅਸੀਂ ਲੈ ਕੇ ਆਏ ਆ ਲੋਕ, ਇਹ ਕਹਿੰਦੇ ਤੁਸੀਂ ਨਹੀਂ ਲੈ ਕੇ ਆਏ। ਜੇ ਕਿਸਾਨ ਆਗੂ ਨਹੀਂ ਲੈ ਕੇ ਆਏ, ਕਿਸਾਨ ਤਾਂ ਲੈ ਕੇ ਆਏ ਆ। ਕਿਸਾਨਾਂ ਦਾ ਹੀ ਸੋਚ ਲਓ, ਕਿਸਾਨਾਂ ਬਾਰੇ ਸੋਚ ਲਓ। ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਹੁੰਦਾ ਸੀ ਚੁੱਲ੍ਹਿਆਂ ਦੀ ਅੱਗ ਹੈਲੀਕਾਪਟਰ ਚੋਂ ਨਹੀਂ ਦਿਸਦੀ। ਗਰੇਵਾਲ ਸਾਹਿਬ ਸੁਣ ਲਓ, ਗਰੇਵਾਲ ਸਾਹਿਬ ਸੁਣ ਲਓ, ਸੱਚ ਸੁਣੋ, ਸਾਹਮਣਾ ਕਰੋ ਸੱਚ ਦਾ। ਸਵਾਲ ਬਹੁਤ ਪੁੱਛੋ, 7-8 ਸਾਲ ਤੁਸੀਂ ਜਵਾਬ ਦੇਣ ਦੀ ਵਾਰੀ ਆ, ਚੀਕਾਂ ਨਾ ਮਾਰੋ। ਇਹ ਉਹੀ ਮੁੱਖ ਮੰਤਰੀ ਆ, ਤੁਹਾਡਾ ਮੁੱਖ ਮੰਤਰੀ ਉਹੀ ਹੈ ਨਾ ਭਗਵੰਤ ਮਾਨ, ਜਿਹੜਾ ਕਹਿੰਦਾ ਸੀ ਕਿ ਚੁੱਲ੍ਹਿਆਂ ਦੀ ਅੱਗ ਹੈਲੀਕਾਪਟਰ ਕਿਉਂ ਨਹੀਂ ਦਿਸਦੀ। ਅੱਜ ਹੈਲੀਕਾਪਟਰ ਚੋਂ ਅੱਗ ਦਿਸ ਗਈ ਚੁੱਲ੍ਹਿਆਂ ਦੀ ਉਹਨੂੰ। ਅੱਜ ਹੈਲੀਕਾਪਟਰ ਦੇ ਝੂਟੇ ਲੈਂਦਾ ਫਿਰਦਾ ਸੀ। ਫਿਰ ਤੁਸੀਂ ਕਹਿੰਦੇ ਹੋ ਕਿ 45 ਲੱਖ, ਤੁਸੀਂ ਇਹ ਕਹਿੰਦੇ ਹੋ ਵੀ ਚਰਖਾ ਕਿਉਂ ਮਾੜਾ ਕਹਿੰਦੇ। ਅਸੀਂ ਚਰਖੇ ਨੂੰ ਨਹੀਂ ਮਾੜਾ ਕਹਿੰਦੇ, ਅਸੀਂ ਕਹਿੰਦੇ ਹਾਂ 45 ਲੱਖ ਰੁਪਈਆ ਪੰਜਾਬ ਦੇ ਖਜ਼ਾਨੇ ਚੋਂ ਖਰਚ ਕੇ ਉਹਦੀ ਆਊਟਪੁੱਟ ਕੀ ਆ, ਆਪਾਂ ਖੱਟਿਆ ਕੀ ਆ। ਅਸੀਂ ਇਹ ਪੁੱਛਣਾ ਚਾਹੁੰਦੇ ਆ। ਅਸੀਂ ਨਹੀਂ ਕਹਿੰਦੇ ਚਰਖਾ ਕਿਉਂ ਕੱਟਿਆ, ਅਸੀਂ ਕਹਿੰਦੇ ਆ ਅੱਧਾ ਘੰਟਾ ਮੰਗਿਆ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਦੇ ਮੁੱਦੇ ਤੇ ਬਹਿਸ ਕਰਨ ਲਈ, ਤੇ ਭਗਵੰਤ ਮਾਨ ਨੇ ਅੱਧਾ ਘੰਟਾ 6 ਦਿਨਾਂ 'ਚ ਨਹੀਂ ਕੱਢਿਆ ਤੇ ਪ੍ਰਚਾਰ ਕਰਨ ਲਈ ਹਿਮਾਚਲ ਦੇ ਵਿੱਚ ਜਹਾਜ਼ ਪੰਜਾਬ ਦਾ ਲੈ ਕੇ ਚੱਲਾ। ਮੈਂ ਵਾਪਸ ਡਿਬੇਟ ਇਹ ਜਵਾਬ ਮੰਗਦੀ ਆ। ਦੇਖੋ ਡੀਰੇਲ ਹੋ ਜਾਏਗਾ। ਨਹੀਂ ਬਰਾੜ ਸਾਹਿਬ ਤੁਹਾਨੂੰ ਲੱਗਦਾ ਕਿ ਨਹੀਂ ਹੋਏਗਾ ਇਸ ਪ੍ਰਪੋਜ਼ਲ ਦੇ ਨਾਲ ਪਰਾਲੀ ਦਾ ਹੱਲ? ਬਿਲਕੁਲ ਨਹੀਂ ਹੋਣਾ ਜੀ। ਮੈਂ ਕਿਉਂ ਨਹੀਂ ਹੋਣਾ ਸਰ? 2500 ਰੁਪਏ ਜੇ ਕਿਸਾਨਾਂ ਕੋਲ ਗਿਆ ਨਹੀਂ ਹੋਏਗਾ। ਮੈਂ ਕਹਿੰਦਾ 2 ਉਦਾਹਰਨਾਂ ਦਿੱਤੀਆਂ ਤੁਹਾਨੂੰ, ਮੈਂ ਮੂੰਗੀ ਦੀ ਉਦਾਹਰਨ ਦਿੱਤੀ ਆ ਤੁਹਾਨੂੰ, ਮੈਂ ਸਿੱਧੀ ਬਿਜਾਈ ਦੀ ਉਦਾਹਰਨ ਦਿੱਤੀ ਆ ਤੁਹਾਨੂੰ। ਹਜੇ ਤੱਕ ਕੋਈ ਪੈਸਾ ਮਿਲਿਆ ਨਹੀਂ ਕਿਸੇ ਨੂੰ ਸਿੱਧੀ ਬਿਜਾਈ ਦਾ। ਸੀਐਮ ਖੁਦ ਕਹਿ ਗਿਆ ਕਿ ਮਿਲੇਗਾ ਪੈਸਾ। ਇੱਕ ਕਹਿਣ ਤੋਂ ਮੈਂ ਯਾਰ ਤੁਸੀਂ ਕਹਿੰਦੇ ਨਹੀਂ ਮਿਲੇਗਾ। ਕਹਿਣ ਤੇ ਕਰਨ ਦੇ ਵਿੱਚ ਫਰਕ ਕਿੰਨਾ ਹੈ? ਕਹਿਣ ਤੇ ਕਰਨ 'ਚ ਫਰਕ ਬੜਾ ਹੈ। ਸਾਡੇ ਤੇ ਤੁਹਾਡੇ 'ਚ ਇਹੀ ਫਰਕ ਹੈ, ਸਾਡੇ ਤੇ ਤੁਹਾਡੇ 'ਚ ਇਹੀ ਫਰਕ ਹੈ। ਅਸੀਂ ਮਰ ਜਾਾਂਗੇ ਬਰਾੜ ਸਾਹਿਬ, ਅਸੀਂ ਮਰ ਜਾਾਂਗੇ, ਅਸੀਂ ਪੂਰੀ ਕਰਾਂਗੇ। ਉਹ ਤੁਸੀਂ ਇੱਕ ਬੰਦਾ ਲਿਆਓ ਨਾ, ਇੱਕ ਬੰਦਾ ਲਿਆਓ। ਤੁਸੀਂ ਕਿਸੇ ਨੂੰ, ਤੁਸੀਂ ਇੱਕ ਬੰਦਾ ਲਿਆਓ। ਤੁਸੀਂ ਕਿਹਨੂੰ ਸਿੱਧੀ ਬਜਾਈ ਦੇ ਪੈਸੇ ਦਿੱਤੇ? ਇੱਕ ਬੰਦਾ ਦੱਸ ਦਿਓ, ਇੱਕ ਦੱਸ ਦਿਓ। 2 ਨਹੀਂ, 4 ਨਹੀਂ, 100 ਨਹੀਂ, 500 ਨਹੀਂ, ਇੱਕ ਦੱਸ ਦਿਓ।
ਤੁਸੀਂ ਪਹਿਲਾਂ ਚੀਕਾਂ ਮਾਰ ਲਓ। ਉਹ ਚੀਕਾਂ ਨਹੀਂ ਬਾਈ ਜੀ, ਇਹ ਚੀਕਾਂ ਨਹੀਂ, ਇਹ ਸਵਾਲ ਆ, ਇਹ ਸਵਾਲਾਂ ਦੇ ਜਵਾਬ ਦੇਣੇ ਪੈ ਗਏ ਨਾ। ਹੁਣ ਚੀਕਾਂ ਤੁਹਾਡੀਆਂ ਵੱਜ ਰਹੀਆਂ। ਸਵਾਲ ਕਰਨੇ ਬੜੇ ਸੌਖੇ ਗਰਰ ਸਾਹਿਬ, ਸਵਾਲ ਕਰਨੇ ਬੜੇ ਸੌਖੇ, ਜਵਾਬ ਦੇਣੇ ਬੜੇ ਔਖੇ ਹੁੰਦੇ ਆ। ਹੁਣ ਜਵਾਬ ਦੇਣਾ ਪੈ ਗਿਆ, ਹੁਣ ਤਕਲੀਫ ਹੋ ਰਹੀ ਹੈ। ਚਲੋ ਇੱਕ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ, ਆਪਾਂ ਸਾਰੇ ਬੋਲਾਂਗੇ ਤਾਂ ਸਮਝ ਆਏਗੀ। ਅਹਿਬਾਬ ਗਰੇਵਾਲ ਜੀ ਦੋ ਚੀਜ਼ਾਂ ਬੋਲ ਰਹੇ ਨੇ। ਇਨਫੈਕਟ ਮਨਜੀਤ ਜੀ ਨੇ ਵੀ ਜ਼ਿਕਰ ਕੀਤਾ, ਕਮਲਜੀਤ ਬਰਾੜ ਜੀ ਵੀ ਉਸ ਦਾ ਜ਼ਿਕਰ ਕਰ ਰਹੇ ਆ। ਇੱਕ ਤਾਂ ਮੂੰਗੀ ਜੋ 7275 ਰੁਪਏ ਤੇ ਖਰੀਦਣ ਦਾ ਜ਼ਿਕਰ ਹੋਇਆ ਸੀ, ਤੇ 1500 ਰੁਪਏ ਸਿੱਧੀ ਬਿਜਾਈ ਵਾਲੇ ਕਿਸਾਨ ਨੂੰ ਪ੍ਰਤੀ ਏਕੜ ਮਦਦ ਜਾਂ ਮੁਆਵਜ਼ਾ, ਦੋਵੇਂ ਚੀਜ਼ਾਂ ਦੇ ਉੱਤੇ। ਜੀ ਗੌਰਵ ਜੀ ਮੇਰੀ ਗੱਲ ਸੁਣੋ, ਇਸ ਸਾਰੇ ਪ੍ਰੋਸੈਸ ਨੂੰ 1 ਮਹੀਨਾ ਹੋਇਆ। ਲੈਟ ਅਸ ਗੈਟ ਦ ਫਾਈਨੈਂਸਿਸ ਟੁਗੇਦਰ। ਸਾਡੇ ਕੋਲ ਕਿਹੜਾ ਰਿਕਾਰਡ ਨਹੀਂ ਹੈਗਾ, ਅਸੀਂ ਦਵਾਂਗੇ। ਗੌਰਵ ਜੀ ਮੇਰੀ ਗੱਲ ਸਮਝੋ, ਇਹ ਕਰ ਕੀ ਰਹੇ ਨੇ? ਹੁਣ ਤਾਂ ਤੁਸੀਂ ਬਹੁਤ ਵੱਡੀਆਂ ਗੱਲਾਂ ਕਰਦੇ ਹੋ। ਤੁਸੀਂ ਮੇਰੀ ਗੱਲ ਸੁਣੋ ਜੀ, ਸਾਡੇ ਕੋਈ ਇਹ ਤਾਂ ਨਹੀਂ ਕਹਿੰਦਾ ਕਿ 3-3, 4,000, 5-5,000 ਕਰੋੜ ਕੇ ਮੰਤਰੀ। ਅਸੀਂ ਤਾਂ ਅਸੀਂ ਪੰਜਾਬ ਲਈ ਜਾਨ ਮਾਰ ਰਹੇ ਹਾਂ ਭਾਈ ਸਾਹਿਬ, ਪੈਸੇ ਦਵਾਂਗੇ। ਤਕਲੀਫ ਕੀ ਹੈ? ਤਕਲੀਫ ਇਹ ਹੈ ਬਿਜਲੀ ਕਿਉਂ ਫ੍ਰੀ ਹੈ? ਤਕਲੀਫ ਇਹ ਹੈ ਕੋਈ ਕੀ ਕਹਿੰਦੇ ਮਹੱਲਾ ਤਕਲੀਫ ਹੈ। ਤੁਸੀਂ ਭਾਜੀ ਹੱਸਣਾ ਤਾਂ ਹੱਸ ਲਓ, ਕੋਈ ਗੱਲ ਨਹੀਂ। ਮੇਰੇ ਨਾਲ ਗੱਲ ਮੇਰੇ ਵੇਲੇ ਡਿਸਟਰਬ ਨਾ ਕਰਿਓ, ਮੈਂ ਤੁਹਾਨੂੰ 20 ਤਰੀਕੇ ਨਾਲ ਡਿਸਟਰਬ ਕਰ ਸਕਦਾ। ਪਲੀਜ਼ ਮੈਂ ਤਾਂ ਪਹਿਲੀ ਗੱਲ ਵੀ ਪਾਬੰਦੀ ਆ ਹੁਣ ਸਾਡੇ ਪੰਜਾਬ 'ਚ। ਰੁਕੋ ਸਾਡੇ ਪੰਜਾਬ 'ਚ ਹਰ ਚੀਜ਼ ਦੀ ਪਾਬੰਦੀ। ਮੈਂ ਬਿਹਾਰ ਤੋਂ ਆਇਆ, ਤੁਸੀਂ ਮੇਰੀ ਸੁਣੋ ਜੀ ਗੱਲ, ਤੁਸੀਂ ਜੋ ਕੁਝ ਕੀਤਾ ਅਸੀਂ ਗਰੰਟੀ ਲੈ ਰਹੇ ਹਾਂ, ਅਸੀਂ ਵਾਅਦਾ ਕਰ ਰਹੇ ਹਾਂ। ਗੌਰਵ ਜੀ ਮੇਰੀ ਗੱਲ ਸੁਣੋ, ਮੈਂ ਕਹਿਣਾ ਸਾਨੂੰ ਟਾਈਮ ਲੱਗ ਸਕਦਾ, ਅਸੀਂ ਪਰ ਪੂਰਾ ਕਰਾਂਗੇ ਸਰ। ਸਾਨੂੰ ਫਾਈਨੈਂਸਿਸ 4 ਮਹੀਨਿਆਂ 'ਚ ਗੌਰਵ ਜੀ ਸਾਨੂੰ ਥੋੜਾ ਜਿਹਾ ਪ੍ਰੈਕਟੀਕਲ ਆਵਾਂ ਜੀ। ਠੀਕ ਹੈ, ਜਿਹੜੇ 4.5 ਸਾਲ ਬਾਅਦ ਆਪ ਮੁੱਕਰ ਗਏ ਸੀ। ਕਮਲ ਜੀ ਛੋਟਾ ਜਿਹਾ ਮੈਂ ਚੰਨੀ ਸਾਹਿਬ ਤੁਹਾਡੇ ਕੋਲ ਆ ਰਿਹਾ, ਆਪਾਂ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਲਈਏ। ਆਪਾਂ ਗਰੇਵਾਲ ਸਾਹਿਬ ਕਹਿੰਦੇ ਅਸੀਂ ਸਮਾਂ ਮੰਗਦੇ ਆ। ਠੀਕ ਹੈ ਗਰੇਵਾਲ ਸਾਹਿਬ, ਠੀਕ ਹੈ ਸਮਾਂ। ਮੈਂ ਦੇਖੋ, ਮੈਂ ਤੁਹਾਡੀਆਂ ਕੁਝ ਗਰੰਟੀਆਂ ਹੈ, ਮੈਂ ਉਹਨਾਂ ਦੇ ਮੈਂ ਕਹਿੰਦਾ ਖੁਦ ਕਿ ਸਰਕਾਰ ਨੂੰ ਸਮਾਂ ਚਾਹੀਦਾ। ਕੁਝ 1000 ਰੁਪਇਆ ਬੀਬੀਆਂ ਨੂੰ ਦੇਣਾ ਮੈਂ ਵੀ ਕਹਿੰਦਾ, ਮੈਂ ਖੁਦ ਕਹਿੰਦਾ, ਕਬੂਲਦਾ ਕਿ ਮੈਂ ਐਵੇਂ ਨਹੀਂ ਕਹਿੰਦਾ, ਮੈਂ ਵਿਰੋਧ ਨਹੀਂ ਕਰਦਾ ਤੁਹਾਡਾ ਕਿ ਹਾਂਜੀ ਅੱਜ ਹੀ 1000 ਰੁਪਇਆ ਦਿਓ ਬੀਬੀਆਂ ਨੂੰ। ਮੈਂ ਇਸ ਗੱਲ ਪਰ ਮੈਂ ਇਹ ਗੱਲ ਕਹਿੰਦਾ ਵੀ ਅਸੀਂ ਇਤਬਾਰ ਕਿਹਦੇ ਤੇ ਕਰੀਏ? ਜਿਹਨੇ ਆਪਦੇ ਬੱਚਿਆਂ ਦੀ ਸਹੁੰ ਖਾਧੀ ਸੀ ਕਿ ਮੈਂ ਸਿਕਿਉਰਿਟੀ ਲਵਾਂ, ਬੰਗਲਾ ਨਹੀਂ ਲਵਾਂ, ਮੈਂ ਸਰਕਾਰੀ ਖਜ਼ਾਨੇ ਚੋਂ ਤਨਖਾਹ ਨਹੀਂ ਲਵਾਂ, ਜਿਹੜਾ ਡਬਲ ਸਿਕਿਉਰਿਟੀ ਲਈ ਫਿਰਦਾ, ਪੰਜਾਬ ਦਾ ਕਨਵੀਨਰ ਬਣ ਕੇ ਪੰਜਾਬ ਦੀ ਜਿਹੜੀ ਸਿਕਿਉਰਿਟੀ ਲਈ ਹੋਈ ਹੈ, ਦਿੱਲੀ ਦੀ ਲਈ ਹੋਈ ਹੈ, ਉਹਦੇ ਤੇ ਇਤਬਾਰ ਕਰੀਏ ਜਾਂ ਅਸੀਂ ਉਹਦੇ ਤੇ ਇਤਬਾਰ ਕਰੀਏ ਜਿਹੜਾ ਕਹਿੰਦਾ ਸਿੱਧੀ ਬਜਾਈ ਦੇਵਾਂਗੇ, ਜਿਹੜਾ ਕਹਿੰਦਾ ਸਿੱਧੀ ਬਜਾਈ ਦੇ ਪੈਸੇ ਕਿਹਦੇ ਤੇ ਇਤਬਾਰ ਕਰੀਏ? ਠੀਕ ਹੈ, ਜਵਾਬ ਲੈ ਲਓ। ਇਤਬਾਰ ਕਰਾਂਗੇ। ਸਮਾਂ ਬਹੁਤ ਘੱਟ ਖਰਾਬ ਹੋਇਆ ਜੀ। ਤੁਸੀਂ ਉਹਦੇ ਤੇ ਇਤਬਾਰ ਕਰੋ ਜਿਹੜਾ ਅੱਜ ਭਾਰਤ ਦੇ ਸੰਵਿਧਾਨ, ਭਾਰਤ ਦੇ ਸੈਕੂਲਰਿਜ਼ਮ ਤੇ ਭਾਰਤ ਦੇ ਗਰੀਬ ਲੋਕਾਂ ਲਈ ਲੜ ਰਿਹਾ। ਤੁਸੀਂ ਤਾਂ ਸਰੈਂਡਰ ਕਰਤਾ ਜੀ, ਤੁਸੀਂ ਤਾਂ ਬੀਜੇਪੀ ਨੂੰ ਸਾਰਾ ਕੁਝ ਸਰੈਂਡਰ ਕਰਤਾ। ਹੁਣ ਚੰਨੀ ਸਰ ਜਾ ਕੇ ਬਹੁਤ ਵੱਡੇ ਕਾਨੂੰਨ ਦੱਸਣਗੇ, ਪਰ ਇਹ ਹਿੰਦੂ ਰਾਸ਼ਟਰ ਬਣਾਉਣ ਨਾਲ, ਸੈਕੂਲਰਿਜ਼ਮ ਨੂੰ ਖਤਮ ਕਰਨ ਨਾਲ, ਮਾਈਨੋਰਟੀਜ਼ ਨੂੰ ਤਬਾਹ ਕਰਨ ਨਾਲ ਚੱਲ ਰਿਹਾ। ਸੋ ਆਪਣੇ ਕੈਪੀਟਲਿਸਟ ਦੋਸਤਾਂ ਨੂੰ ਪੈਸੇ ਦੇ ਨਾਲ ਚੱਲ ਰਿਹਾ। ਤੁਸੀਂ ਸਰੈਂਡਰ ਕਰ ਗਏ ਹੋ। ਅਸੀਂ ਛੋਟੇ ਹਾਂ ਪਰ ਅਸੀਂ ਲੜ ਰਹੇ ਹਾਂ। ਅਸੀਂ ਅਦਾਨੀ ਅੰਬਾਨੀ ਦੇ 14 ਹਜ਼ਾਰ ਕਰੋੜ ਦੇ ਲੋਨ ਮਾਫ ਤੋਂ ਖਿਲਾਫ ਲੜ ਰਹੇ ਹਾਂ। ਅਸੀਂ ਨੀਰਵ ਮੋਦੀ, ਅਸੀਂ ਮਾਲਿਆ, ਅਸੀਂ ਸਭ ਦੇ ਜੋ ਇਹਨੇ ਕੀਤਾ। ਮੈਂ ਵਾਪਸ ਫੇਰ ਦੁਬਾਰਾ ਪਰਾਲੀ ਤੇ ਆਉਂ। ਤੁਸੀਂ ਤਾਂ ਈਡੀ ਦਫ਼ਤਰ ਦੇ ਬਾਹਰ ਹੀ ਚੌਂਕੜੀਆਂ ਮਾਰ ਕੇ ਬੈਠੇ ਰਹਿੰਦੇ ਹੋ। ਤੁਸੀਂ ਤਾਂ ਹੈ ਹੀ ਨਹੀਂ ਇੰਨੇ ਜੋਗੇ। ਸਤਿੰਦਰ ਜੈਨ ਕਿੱਥੇ ਬੈਠਾ? ਈਡੀ ਦਫ਼ਤਰ ਨਹੀਂ ਬੈਠਾ। ਵਿਜੇ ਸਿੰਘ ਕਿੱਥੇ ਬੈਠਾ? ਗਰੇਵਾਲ ਸਾਹਿਬ, ਕਮਲਜੀਤ ਬਰਾੜ ਜੀ, ਦੇਖੋ ਗੱਲ ਇਹ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਆਪਾਂ ਚਰਚਾ ਸ਼ੁਰੂ ਕੀਤੀ ਉਸ ਤੋਂ ਜੇ ਭਟਕ ਗਏ ਤਾਂ ਫਿਰ ਨਹੀਂ ਹੋ ਸਕੇਗਾ ਨਾ ਕੰਮ। ਕਿ ਲੋਕ ਜਿਹੜੇ ਬੈਠੇ ਨੇ, ਕਿਸਾਨ ਸੁਣ ਰਹੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਜੇਕਰ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਉਹਨਾਂ ਦੇ ਤੱਕ ਮਦਦ ਪਹੁੰਚੇਗੀ ਕੀ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। 1000 ਰੁਪਏ ਸਾਡੇ ਵੱਲੋਂ ਗਾਰੰਟੀ ਬਾਈ ਜੀ, 1000 ਰੁਪਏ ਸਾਡੇ ਵੱਲੋਂ ਗਾਰੰਟੀ। ਮੈਂ ਸਮਝ ਰਿਹਾ ਮੈਂ ਤੁਹਾਡੇ ਕੋਲ ਵਾਪਸ ਆਉਣਾ। ਮਨਜੀਤ ਜੀ ਥੋੜਾ ਜਿਹਾ ਇੱਕ ਵਾਰੀ ਇੰਤਜ਼ਾਰ ਕਰਿਓ, ਚੰਨੀ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਚੰਨੀ ਜੀ ਦੇਖੋ, ਇਸ ਸਮੇਂ ਪੰਜਾਬ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਪ੍ਰਪੋਜ਼ਲ ਅਸੀਂ ਭੇਜਿਆ ਤੇ ਹੁਣ ਅਸੀਂ 1500 ਰੁਪਏ ਦਾ ਜ਼ਿਕਰ ਕਰ ਰਹੇ ਹਾਂ, ਤੇ ਸਿਚੁਏਸ਼ਨ ਅਜਿਹੀ ਬਣਾ ਦਿੱਤੀ ਕਿ ਹੁਣ ਸੈਂਟਰ ਦੀ ਸਰਕਾਰ ਨਾ ਨਹੀਂ ਕਰ ਸਕੇਗੀ। ਤੁਸੀਂ ਇਸ ਦੇ ਉੱਪਰ ਕੀ ਕਹੋਗੇ? ਔਰ ਸਮਝਦੇ ਹੋ ਕਿ 1500 ਰੁਪਇਆ ਸੈਂਟਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਮਦਦ ਕਰ ਦੇਗੀ ਪ੍ਰਤੀ ਏਕੜ? ਦੇਖੋ ਗੌਰਵ ਜੀ, ਗੱਲ ਇਹ ਹੈਗੀ ਹੈ ਕਿ ਪਹਿਲਾਂ ਤਾਂ ਮੈਂ ਇਹ ਕਹਾਂਗਾ ਇਹਨਾਂ ਨੂੰ ਕਿ ਇਹਨਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਔਰ ਪੰਜਾਬ ਦੇ ਸਾਰੇ ਸਮੁੱਚੇ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਜਿਹੋ ਜਿਹੀਆਂ ਗੱਲਾਂ ਇਹ ਕਰ ਰਹੇ ਨੇ, ਕਰਕੇ ਆਏ। ਹੁਣ ਇਹ ਕਹਿੰਦੇ ਜੀ ਸਾਡੇ ਕੋਲੇ ਮਾਪਦੰਡ ਤੁਸੀਂ ਨਵੇਂ ਕਿਉਂ ਲਾਤੇ? ਜਦੋਂ ਤੁਸੀਂ ਪਹਿਲਾਂ ਗੱਲਾਂ ਕਰਦੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਸਾਨੂੰ ਤਾਂ ਲੋੜ ਹੀ ਨਹੀਂ, ਇੰਨੇ ਪੈਸੇ ਇੱਥੋਂ ਆ ਰਹੇ ਨੇ, ਇੰਨੇ ਇੱਥੋਂ ਆ ਰਹੇ ਨੇ, ਸਾਡੇ ਕੋਲ ਤਾਂ ਸਰਪਲਸ ਪੈਸੇ ਨੇ। ਉਹ ਤੁਹਾਨੂੰ ਕਿਹਨੇ ਕਿਹਾ ਸੀਗਾ? ਉਹ ਤੁਹਾਡੀ ਕਿਹੜੀ ਸਟੱਡੀ ਸੀ ਜਿਹੜੀ ਕਹਿੰਦੀ ਸੀ ਸਰਪਲਸ ਹੈ? ਹੁਣ ਉਹ ਸਰਪਲਸ ਤਾਂ ਛੱਡੋ, ਹੁਣ ਜਿਹੜੇ ਆਪਾਂ ਨੂੰ ਚਾਹੀਦੇ ਉਹ ਵੀ ਨਹੀਂ ਹੈਗੇ।
ਜਿਹੜੇ ਅਸੀਂ ਪ੍ਰੋਮਿਸ ਕੀਤੇ ਆ DSR ਦੇ ਉਹ ਵੀ ਨਹੀਂ ਅਸੀਂ ਦਿੱਤੇ। ਜਿਹੜੀ ਮੂੰਗੀ ਜਦੋਂ ਹੁਣ ਅਸੀਂ ਕਹਿੰਦੇ ਅਸੀਂ ਕੰਪਨਸੇਟ ਕਰਾਂਗੇ ਤੇ ਮੂੰਗੀ ਜਦੋਂ ਖਰੀਦੀ ਸੀ ਉਦੋਂ ਦੇਣੀ ਚਾਹੀਦੀ ਸੀ ਜੇ ਗਰੰਟੀ ਦਿੱਤੀ ਸੀ। ਉਹ ਕਹਿੰਦਾ ਸੀ ਮੈਂ ਇਹ ਪਤਾ ਨਹੀਂ ਇਹਨਾਂ ਦਾ ਕਿਉਂ ਇਹ ਸਿਸਟਮ ਬਣ ਗਿਆ, ਇਹ ਗਰੰਟੀਆਂ ਤੇ ਗਰੰਟੀਆਂ ਲਈ ਜਾਂਦੇ ਨੇ, ਉਹਦੀ ਪਰਫਾਰਮੈਂਸ ਕੀ ਹੈਗੀ ਹੈ, ਚਾਹੇ ਉਹ ਕੋਈ ਵੀ ਮਸਲਾ ਹੋਵੇ। ਮੈਂ ਬਾਹਲਾ ਡੀਰੇਲ ਨਹੀਂ ਕਰਨਾ ਚਾਹੁੰਦਾ, ਚਾਹੇ ਬੇਅਦਬੀ ਦਾ ਹੋਵੇ, ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਹੋਵੇ, ਜਾਂ ਹੁਣ ਤੁਸੀਂ ਦੇਖੋ ਕਿ ਜਿਹੜੀ ਸੁੰਡੀ ਪਈ ਹੋਈ ਹੈ ਨਰਮੇ ਨੂੰ, ਚਿੱਟਾ ਉਹ ਤੇਲਾ ਪਿਆ ਹੋਇਆ ਗੁਲਾਬੀ ਸੁੰਡੀ, ਉਹਦਾ ਕੀ ਕਰ ਰਹੇ ਜੀ ਹੂਜ਼ ਲੁਕਿੰਗ ਆਫਟਰ, ਕੌਣ ਉਹਦੀ ਇਨਕੁਆਇਰੀ। ਮੈਂ ਚਲੋ ਇਹ ਤਿੰਨਾਂ ਚੀਜ਼ਾਂ ਨਹੀਂ ਜਾਣਦਾ, ਪਰ ਇਹ ਮੈਂ ਚੰਨੀ ਜੀ ਇੱਕ ਐਡ ਕਰਨਾ ਚਾਹੁੰਦਾ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜਾਬ ਦੇ ਕੋਲ ਸਰਪਲਸ ਜਾਂ ਫਿਰ ਖਜ਼ਾਨੇ ਦਾ, ਪਰ ਦੇਖੋ ਸਟੇਟ ਦਾ ਹੱਕ ਤਾਂ ਹੈ ਨਾ ਸੈਂਟਰ ਤੋਂ ਮੰਗਣ ਦਾ, ਉਸ ਤੋਂ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ। ਜੇ ਹੱਕ ਹੈ ਤਾਂ ਫਿਰ 1500 ਰੁਪਏ ਦੇ ਉੱਤੇ ਚਰਚਾ ਕਿਉਂ ਨਾ ਹੋਵੇ, ਜਾਂ ਸੈਂਟਰ 1500 ਜਾਂ ਜਿੰਨੀ ਵੀ ਰਾਸ਼ੀ ਬਣਦੀ ਹੈ ਉਹ ਕਿਉਂ ਨਾ ਦੇਵੇ? ਕਿਉਂਕਿ ਦਿੱਕਤ ਜੇਕਰ ਪੰਜਾਬ ਦੇ ਲੋਕਾਂ ਨੂੰ ਆ ਰਹੀ ਹੈ ਜਾਂ ਫਿਰ ਦਿੱਲੀ ਦੇ ਲੋਕਾਂ ਨੂੰ ਆ ਰਹੀ ਹੈ ਜਾਂ ਕਿਸੇ ਨੂੰ ਵੀ ਆ ਰਹੀ ਹੈ, ਤਾਂ ਫਿਰ ਸੈਂਟਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਨਾ ਕਿ ਸਾਹ ਲੈਣ ਦੀ ਸਭ ਨੂੰ ਇੱਥੇ ਆਜ਼ਾਦੀ ਹੈ, ਤਾਂ ਫਿਰ ਉਸ ਦੇ ਵਿੱਚ ਸੈਂਟਰ ਦਾ ਵੀ ਕੋਈ ਰੋਲ ਰਹੇਗਾ। ਠੀਕ ਹੈ ਤੁਹਾਡੀ ਗੱਲ, ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹੈਗਾ। ਪਹਿਲਾਂ ਤਾਂ ਇਹਨਾਂ ਨੇ ਪੰਜਾਬ ਨੂੰ ਬਦਨਾਮ ਕੀਤਾ ਕਿ ਜੀ ਹਰਿਆਣੇ ਦੇ ਉੱਪਰ ਦੀ ਲੰਘ ਕੇ ਜਾ ਕੇ ਜਿਹੜਾ ਹੈਗਾ ਧੂਆਂ ਦਿੱਲੀ ਦੇ ਵਿੱਚ ਪਹੁੰਚਦਾ, ਸੁਪਰੀਮ ਕੋਰਟ ਨੇ ਫਟਕਾਰ ਲਾਈ, ਉਹ ਇਹਨਾਂ ਨੂੰ ਫਿਰ ਦਰੁਸਤ ਕਰਨਾ ਪਿਆ। ਫਿਰ ਅਸੀਂ ਵੀ ਆਰ ਨਾਟ ਅਗੇਂਸਟ ਪੇਇੰਗ ਐਨੀਥਿੰਗ ਟੂ ਦੀ ਆਪਣਾ ਜਿਹੜੇ ਸਾਡੇ ਫਾਰਮਰਸ ਨੇ, ਪਰ ਸਾਡੇ ਰਾਏ ਸਾਹਿਬ ਕਹਿ ਰਹੇ ਸਾਨੂੰ ਤਾਂ ਮਨਜ਼ੂਰ ਹੀ ਨਹੀਂ, ਇਹਨਾਂ ਨਾਲ ਸਾਡਾ ਖਰਚਾ ਨਹੀਂ ਚੱਲ ਸਕਦਾ। ਦੂਜੀ ਗੱਲ ਇਹ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਸਾਨੂੰ ਇਹਦਾ ਕੋਈ ਪੱਕਾ ਹੱਲ ਢੂੰਡਣਾ ਚਾਹੀਦਾ, ਲੱਭਣਾ ਚਾਹੀਦਾ ਜਿਹੜਾ ਵਾਇਬਲ ਹੋਵੇ, ਵਰਕੇਬਲ ਹੋਵੇ, ਔਰ ਮਸ਼ੀਨਰੀ ਦੇਈਏ ਲੋਕਾਂ ਨੂੰ, ਤਾਂ ਕਿ ਉਹ ਨਹੀਂ ਤਾਂ ਫਿਰ ਉਹੀ ਇਹ ਹੁਣ ਪਿਛਲੇ 2-3 ਸਾਲ ਕੀ ਹੋਇਆ, ਕਿਸੇ ਨੇ ਕੋਈ ਅੱਗ ਰੋਕੀ ਨਹੀਂ, ਕਿੰਨੀਆਂ ਫਾਇਰ 73,000 ਇੱਕ ਸਾਲ ਤੇ ਹੋਏ, 86,000 ਇੱਕ ਸਾਲ ਚ ਇੰਨੀਆਂ ਫਾਇਰ ਫਾਰਮ ਜਿਹੜੀਆਂ ਹੋਈਆਂ। ਅਸੀਂ ਮਤਲਬ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ, ਸੋਚਦੇ ਕਿਉਂ ਨਹੀਂ ਕੋਈ ਗੱਲ। ਹੁਣ ਤੁਸੀਂ ਮੰਨ ਲਓ ਕਹਿੰਦੇ ਪ੍ਰਪੋਜ਼ਲ ਭੇਜੀ ਤੇ ਇਹਨਾਂ ਨੂੰ ਜਾਣ ਨੂੰ, ਜੇ ਢਿੱਡ ਦੁਖਦਾ ਰਾਤ ਨੂੰ CM ਦਾ ਬਿਨਾਂ ਕਿਸੇ ਤੋਂ ਉਹ ਦਿੱਲੀ ਚਲਾ ਜਾਂਦਾ, ਉਹ ਕਹਿੰਦਾ ਇਹਨਾਂ ਨੂੰ ਤਾਂ ਕਹਿੰਦਾ ਸੀਗਾ ਜੀ ਆਮ ਮਤਲਬ ਇੱਥੇ ਇੱਕ ਵੀ ਹਸਪਤਾਲ ਚੰਗਾ ਨਹੀਂ ਬਣਾਇਆ, ਤੇ CM ਵਾਸਤੇ ਨਾ PGI ਦੇਖੀ ਨਾ ਫੋਰਟਿਸ ਦੇਖਿਆ, ਸਰਕਾਰੀ ਹਸਪਤਾਲ ਇਹਨਾਂ ਦੇ ਆਪਦੇ ਉਹ ਵੀ ਨਹੀਂ ਦੇਖੇ। ਇਹ ਫਜ਼ੂਲ ਖਰਚਿਆਂ ਤੋਂ, ਫਜ਼ੂਲ ਗੱਲਾਂ ਤੋਂ, ਔਰ ਪੰਜਾਬ ਦਾ ਜਿਹੜਾ ਮਾਨ ਸਨਮਾਨ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਣਾਇਆ ਚੀਫ ਮਿਨਿਸਟਰ, ਇਹਦਾ ਬਹੁਤ ਜਲੂਸ ਨਿਕਲ ਚੁੱਕਾ ਹੈ ਆਲਰੇਡੀ ਕਿ ਹੂਜ਼ ਰਨਿੰਗ ਦੀ ਸ਼ੋ, ਹੂਜ਼ ਦੀ ਗਵਰਨਮੈਂਟ। ਅਨਮੋਲ ਰਤਨ ਦੀ ਗੱਲ ਕਰ ਲਓ। ਚਲੋ ਮੈਂ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ ਇੱਕ ਵਾਰੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਗਰੇਵਾਲ ਸਾਹਿਬ ਇਕੱਠੇ ਜਵਾਬ ਦਿਓ, ਮਨਜੀਤ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਮਨਜੀਤ ਜੀ ਦੇਖੋ, ਗਰੇਵਾਲ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਸੈਂਟਰ 1500 ਦਵੇ ਨਾ ਦਵੇ, ਦਿੱਲੀ ਤੇ ਪੰਜਾਬ ਦੋਵੇਂ ਮਿਲ ਕੇ 1000 ਰੁਪਏ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਉਹ ਨਾ ਸੜਨ, ਇਸ ਕਰਕੇ 1000 ਰੁਪਏ ਪ੍ਰਤੀ ਏਕੜ ਦੇਣ ਜਾ ਰਹੇ ਨੇ। ਇੱਕ ਕੀ ਕਰੂਗਾ ਫਾਰਮਰ, ਇਹ ਤਾਂ ਗੱਲ ਇੱਕੋ ਹੀ ਹੈ। ਇਹ ਕੇਵਲ ਇਹ ਫਿਰ ਫਾਰਮਰ ਨੂੰ ਦੋਸ਼ੀ ਬਣਾਉਣਾ, ਇਹ ਸੈਂਟਰ ਦੇ ਪਾਲੇ ਦੀ ਗੇਂਦ ਸਿੱਟਦੀ। ਸੈਂਟਰ ਕਿੰਨਾ ਕਿਸਾਨਾਂ ਦਾ ਟੈਕਸੀਆਂ ਪਈਆਂ ਸੀ ਵੇਚ ਚੁੱਕਿਆ, 1.25 ਸਾਲ ਬੈਠੇ ਨੇ ਮਾਤਰਾ ਤੇ। ਮਨਜੀਤ ਜੀ ਮੈਂ ਮਾਫੀ ਚਾਹੁੰਦਾ, ਵਿਚਾਲੇ ਰੋਕ ਰਹੇ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਦਰਸ਼ਕਾਂ ਤੱਕ ਕਲੀਅਰ ਪਹੁੰਚ ਨਹੀਂ ਰਹੀ ਹੋਏਗੀ ਕਿ ਤੁਹਾਡੀ ਗੱਲ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਮੈਂ ਆਪਣੀ ਟੀਮ ਨੂੰ ਕਹਿਣਾ ਤੁਹਾਨੂੰ ਦੁਬਾਰਾ ਜੋੜਨਗੇ। ਮੈਂ ਇੱਕ ਵਾਰ ਰੁਕ ਕਰਦਾ ਅਹਿਬਾਬ ਗਰੇਵਾਲ ਜੀ ਦਾ। ਗਰੇਵਾਲ ਸਾਹਿਬ ਜੀ ਸਰ, ਮੈਂ ਇੱਕ ਗੱਲ ਦੱਸਾਂ, BJP ਮਾਫੀ ਮੰਗਦੀ ਕਹਿੰਦੀ ਚੰਗੀ 700 ਜ਼ਿਮੀਂਦਾਰ ਸ਼ਹੀਦ ਹੋ ਗਿਆ, ਤੁਸੀਂ ਤਾਂ ਇੱਕ ਵਾਰੀ ਖੰਘ ਵੀ ਨਹੀਂ ਖੰਘੇ ਵੀ ਨਹੀਂ, ਕਾਹਦੀ ਮਾਫੀਆਂ ਸਰ, ਛੱਡੋ। ਵੀ ਆਰ ਟਰਾਈਂਗ ਆਰ ਬੈਸਟ। ਪਹਿਲੀ ਗੱਲ, ਮੂੰਗੀ ਤੇ ਅਸੀਂ ਕਿਹਾ ਸੀਗਾ, ਅਸੀਂ ਤਾਂ ਹਲੇ ਵੀ ਤਤਪਰ ਆ ਕਿ ਕੰਪਨਸੇਸ਼ਨ ਦੇਵਾਂਗੇ। ਤੁਸੀਂ ਤਾਂ ਸਾਡੇ ਤੋਂ 400 ਰੁਪਏ ਉੱਤੇ ਕਿਹਾ ਸੀਗਾ, ਉਹ ਕਿੱਧਰ ਨੂੰ ਗਏ? ਤੁਸੀਂ ਤਾਂ ਸਾਡੇ ਤੋਂ 400 ਉੱਤੇ ਕਿਹਾ ਸੀਗਾ ਕਿ ਸੈਂਟਰ ਨੇ ਇਤਨੀ ਮੂੰਗੀ ਤੇ ਗਰੰਟੀ ਦੇ ਦੀ, ਉਹ ਕਿੱਧਰ ਨੂੰ ਗਈ ਚੰਨੀ ਸਰ? ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗੌਰਵ ਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ, 1000 ਰੁਪਏ ਦੀ ਅਸੀਂ ਗਰੰਟੀ ਦਿੰਦੇ ਹਾਂ, 1000 ਰੁਪਏ ਦੀ ਅਸੀਂ ਗਰੰਟੀ ਦਿੰਦੇ ਹਾਂ। ਅਸੀਂ ਇਦੋਂ ਬਾਅਦ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਰ, 2 ਹਾੜੀਆਂ ਸੋਹਣੀਆਂ ਮੰਗੀਆਂ ਸੀ ਗੌਰਵ ਜੀ, ਅਸੀਂ ਵਾਹ ਲਾ ਰਹੇ ਹਾਂ, ਸਾਡੇ ਸਭ ਦੀ ਜਾਨ ਲੱਗੀ ਪਈ ਹੈ। ਮੈਂ ਹਵਾ 'ਚ ਨਹੀਂ ਬੋਲ ਰਿਹਾ, ਮੈਂ ਹਵਾ 'ਚ ਨਹੀਂ ਬੋਲ ਰਿਹਾ ਗੌਰਵ ਜੀ, ਮੈਂ ਖੁਦ ਮੈਂ ਕਰਕੇ ਆਇਆ, ਮੈਂ ਤਾਂ ਕਹਿ ਰਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਰ ਤੁਸੀਂ ਮੇਰੀ ਗੱਲ ਸੁਣੋ, ਮੈਂ ਥੋੜਾ ਜਿਹਾ ਪ੍ਰੈਕਟੀਕਲ ਵਾਲੇ ਪਾਸੇ ਨੂੰ ਆਵਾਂ। ਠੀਕ ਹੈ ਗਰੇਵਾਲ ਸਾਹਿਬ, ਇੱਕ ਸੈਕਿੰਡ ਪ੍ਰੈਕਟੀਕਲ ਗੱਲ ਕਰਾਂ। ਤੁਸੀਂ ਜਿਹੜੀ ਮੂੰਗੀ ਦਾ ਜ਼ਿਕਰ ਕਰ ਰਹੇ ਹੋ, ਉਹ 2 ਮਹੀਨੇ ਬਾਅਦ ਪੈਸੇ ਪਹੁੰਚ ਗਏ, ਕਿਸਾਨਾਂ ਤੱਕ ਪਹੁੰਚ ਜਾਣ ਤਾਂ ਉਸ 'ਚ ਕੋਈ ਦਿੱਕਤ ਨਹੀਂ। ਜਿਹੜੀ ਪਰਾਲੀ ਸਾੜਨ ਵਾਲੀ ਗੱਲ ਹੈ, ਤਾਂ ਇਹ ਪਰਾਲੀ ਸਾੜਨ ਵਾਸਤੇ ਜੇ ਰੋਕਣਾ ਹੈ ਤਾਂ ਫਿਰ ਕਿਸਾਨਾਂ ਨੂੰ ਕੁਝ ਨਾ ਕੁਝ ਉਸ ਦੇ ਲਈ ਕਰਨਾ ਹੋਏਗਾ। ਮਤਲਬ ਇਹ ਹੈ ਕਿ ਉਹ ਇਹ ਨਹੀਂ ਹੋ ਸਕਦਾ ਕਿ ਆਪਾਂ ਅਕਤੂਬਰ ਦੇ ਵਿੱਚ ਉਹਨਾਂ ਨੂੰ ਕਹੀਏ ਕਿ ਤੁਸੀਂ ਫਿਲਹਾਲ ਪਰਾਲੀ ਦਾ ਨਿਬੇੜਾ ਕਰ ਲਵੋ, ਉਸ ਤੋਂ ਬਾਅਦ ਤੁਹਾਨੂੰ ਜਾ ਕੇ ਅਸੀਂ 500 ਜਾਂ 1000 ਜਾਂ 2000 ਜਿੰਨਾ ਵੀ ਹੈ ਉਹ ਦੇਵਾਂਗੇ। ਮੇਰੇ ਕਹਿਣ ਦਾ ਮਤਲਬ ਇਹ ਕਿ ਇਹ ਅਜਿਹਾ ਕੇਸ ਹੈ ਜਿਸ ਦੇ ਵਿੱਚ ਪਹਿਲਾਂ ਪੈਸੇ ਦੇਣੇ ਹੋਣਗੇ, ਇਸ ਦੇ ਵਿੱਚ ਬਾਅਦ ਦੇ ਵਿੱਚ ਪੈਸੇ ਵਾਲਾ ਕੇਸ ਨਹੀਂ ਹੈ। ਜੀ
ਜੀ ਸਰ, ਹੁਣ ਸੁਣੋ, ਅੱਜ ਮੈਂ ਆਪਣੀ ਪਾਰਟੀ ਦੇ ਕਿਸਾਨ ਵਿੰਗ ਦੇ ਲੀਡਰ ਨਾਲ ਗੱਲ ਕਰ ਰਿਹਾ ਸੀਗਾ। ਜੀ। ਉਹ ਕਹਿੰਦੇ ਭਾਈ ਇੰਨੀਆਂ ਮਸ਼ੀਨਾਂ ਜੇ ਪਰਾਲੀ ਵਾਲੀ ਆ ਜਾਣ, ਵੱਡਿਆਂ ਨੇ ਲੈ ਲਈਆਂ, ਛੋਟਿਆਂ ਕੋਲ ਹੈ ਨਹੀਂ। ਅੱਜ ਪ੍ਰਪੋਜ਼ਲ ਗਿਆ ਕਿ ਇੰਨੀਆਂ ਮਸ਼ੀਨਾਂ ਲੈ ਆਈਏ। ਅੱਜ ਸਰ ਵੀ ਆਰ ਵਰਕਿੰਗ ਬ੍ਰੇਕ ਨੈਟ ਗੌਰਵ ਜੀ, 4 ਮਹੀਨੇ ਹੋਏ ਆ। ਅੱਜ ਪ੍ਰਪੋਜ਼ਲ ਸਾਡੇ ਕਿਸਾਨ ਵਿੰਗ ਨੇ ਦਿੱਤਾ ਕਿ ਇੰਨੀਆਂ ਮਸ਼ੀਨਾਂ ਲੈ ਆਈਏ। ਸਾਡੇ ਕਿਸਾਨ ਵਿੰਗ ਵਾਲੇ ਕਹਿੰਦੇ ਮੈਨੂੰ, ਕਹਿੰਦੇ ਅਹਿਬਾਬ ਆ ਘੱਟ ਆ ਤਾਂ ਕਰ ਲਈਏ, ਪਹਿਲੀ ਗੱਲ। ਦੂਜੀ ਗੱਲ ਸਰ, ਅਸੀਂ 1000 ਦੇਣ ਨੂੰ ਤਿਆਰ ਹਾਂ। ਅਸੀਂ ਗੌਰਵ ਜੀ, ਮੈਂ ਗੱਲ ਕਹਿਣਾ ਇਹ ਸਾਰੇ ਸਾਨੂੰ ਉਹਨਾਂ ਸਟੈਂਡਰਡਸ ਤੇ ਰੱਖ ਰਹੇ ਨੇ ਜਦੋਂ ਕਿ ਪਹਿਲੇ 6 ਮਹੀਨਿਆਂ ਤਾਂ ਸਰਕਾਰ 'ਚ ਇਹੀ ਸੈਟਿੰਗ ਹੁੰਦੀ ਸੀ, ਕੌਣ ਕਿੱਥੋਂ ਕੀ ਕੁਝ ਖਾਊਗਾ। ਅਸੀਂ ਕਹਿ ਰਹੇ ਹਾਂ ਕੌਣ ਕਿੱਥੇ ਕੀ ਕੁਝ ਲਾਊਗਾ। ਤੁਸੀਂ ਸਾਨੂੰ ਗਾਲਾਂ ਕੀ ਕੱਢ ਰਹੇ ਹੋ? ਸਾਨੂੰ ਗਾਲਾਂ ਕੱਢ ਗਰੇਵਾਲ ਸਾਹਿਬ, ਇਹ ਵੀ ਬਦਲਾਅ ਹੈ। ਇਹ ਵੀ ਦੇਖੋ, ਤੁਸੀਂ ਬਦਲਾਅ ਦਾ ਬਹੁਤ ਜ਼ਿਕਰ ਕੀਤਾ, ਇਹ ਵੀ ਬਦਲਾਅ ਹੈ ਕਿ ਜੇ ਤੁਸੀਂ ਉਹ ਦਾਵਾ ਕਰ ਰਹੇ ਹੋ ਕਿ 6 ਮਹੀਨੇ ਪਹਿਲਾਂ ਕਿਸੇ ਸਰਕਾਰਾਂ ਨੂੰ ਨਹੀਂ ਪੁੱਛਿਆ, ਤੁਹਾਨੂੰ ਪੁੱਛ ਰਹੇ ਨੇ, ਜਾਂ ਤੁਹਾਡੇ ਤੋਂ ਚਾਹੁੰਦੇ ਨਹੀਂ ਕਿ ਤੁਸੀਂ 6 ਮਹੀਨੇ 'ਚ ਕਰ ਦਿਓ, ਇਹ ਵੀ ਬਦਲਾਅ ਹੈ ਸਰ। ਥੈਂਕ ਯੂ ਸਰ, ਥੈਂਕ ਯੂ। ਤੁਸੀਂ ਉਸ ਬਦਲਾਅ ਨੂੰ ਲਿਆ ਰਹੇ ਹੋ। ਗੌਰਵ ਜੀ, ਮੈਂ ਤੁਹਾਨੂੰ ਸੱਚੀ ਹਾਂ, ਬਿਲਕੁਲ ਸਿੰਗਲਾ ਸਾਹਿਬ ਵਾਲਾ ਸੁਣ ਲਓ, ਇਹ ਵੀ ਸੁਣ ਲਓ। ਹੁਣ ਸਾਨੂੰ ਕਹਿਣਗੇ ਹਾਈ ਕੋਰਟ ਨੇ ਫਟਕਾਰ ਲਈ। ਓਏ ਸਾਡੇ ਵਾਲੇ ਨੇ ਤਾਂ ਸੁਪਨਾ ਲਿਆ ਸੀ, ਸੁਪਨਾ। ਕੱਲ ਛੁੱਟੇ ਨਾ ਛੁੱਟੇ, ਅਸੀਂ ਫੜ ਕੇ ਅੰਦਰ ਦੇਤਾ ਤੁਹਾਡੇ। ਮੈਨੂੰ ਬੀਜੇਪੀ, ਕਾਂਗਰਸ ਤੇ ਅਕਾਲੀ ਪ੍ਰਵਕਤਾ ਕਹਿੰਦੇ ਸੀ ਉਹਨੂੰ ਵਾਰਨਿੰਗ ਦੇ ਲੈਣੀ ਸੀ। ਗੌਰਵ ਜੀ, ਮੈਂ ਪੈਸੇ ਖਾਣੇ, ਹੁਣ ਤੁਸੀਂ ਮੈਨੂੰ ਕਹੋ ਅਹਿਬਾਬ ਪੈਸੇ ਨਾ ਖਾਈ, ਖਬਰਦਾਰ, ਮੈਂ ਤੇਰੀ ਅਗਲੀ ਵਾਰੀ ਜੁੱਤੀਆਂ ਮਾਰੂੰਗਾ। ਅਗਲੀ ਵਾਰੀ ਮੈਂ 100 ਖਾ ਲਾਂ, ਫਿਰ ਮੈਂ 1000 ਖਾ ਲਾਂ। ਚਲੋ ਫਿਰ ਡੀਟੇਲ ਹੋ ਗਿਆ। ਮੈਂ ਵਾਪਸ, ਮੇਰਾ ਕੰਮ ਇਹੀ ਹੈ ਸਰ ਕਿ ਮੈਂ ਪੁਆਇੰਟ ਤੇ ਵਾਪਸ ਲੈ ਆਵਾਂਗੇ ਜਿਹੜੇ ਇਸ ਸਮੇਂ ਪਰਾਲੀ ਵਾਲੇ ਮਸਲੇ ਦੇ ਉੱਤੇ ਗੱਲਬਾਤ ਕਰ ਰਹੇ ਨੇ। ਇਨਫੈਕਟ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਦੁਬਾਰਾ ਮਨਜੀਤ ਸਿੰਘ ਰਾਏ ਜੀ। ਮਨਜੀਤ ਜੀ, ਆਵਾਜ਼ ਪਹੁੰਚ ਰਹੀ ਹੋਏਗੀ, ਤੁਸੀਂ ਆਪਣੀ ਗੱਲ ਰੱਖੋ ਸਰ ਪਲੀਜ਼, ਥੋੜਾ ਜਿਹਾ ਘੱਟ ਸਮਾਂ ਲਿਓ। ਇਨਫੈਕਟ ਆਪਣੇ ਕੋਲ ਸਮਾਂ ਤਕਰੀਬਨ ਖਤਮ ਹੋ ਚੱਲਿਆ। ਗੌਰਵ ਜੀ, ਇਹ ਜਿਹੜੀ ਮਨਜੀਤ ਜੀ, ਆਵਾਜ਼ ਆ ਰਹੀ ਹੈ ਮੇਰੀ? ਉਸ ਵੇਲੇ ਮੇਰੀ ਆਵਾਜ਼ ਆਉਂਦੀ ਹੈ ਜੀ? ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਰ, ਤੁਸੀਂ ਆਪਣੀ ਗੱਲ ਰੱਖੋ। ਠੀਕ ਹੈ ਜੀ। ਗੌਰਵ ਜੀ, ਇਹ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਵੀ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ 1000 ਰੁਪਇਆ ਅਸੀਂ ਤਾਂ ਦੇਵਾਂਗੇ। ਮੈਂ ਇੱਕ ਗੱਲ ਕਹਾਂ, 1000 ਨਾਲ ਕਿਵੇਂ ਕੰਮ ਚੱਲੂਗਾ? ਫਾਰਮਰ ਦਾ ਖਰਚਾ ਤਾਂ 5000 ਤੋਂ ਵੱਧਦਾ ਹੈ, ਤੇ ਉਹ 1000 ਰੁਪਏ ਨੂੰ ਕਰਾਂਗੇ ਕੀ? ਇਸ ਕਰਕੇ ਇਹ ਐਵੇਂ ਹਵਾਈ ਗੱਲਾਂ ਨਹੀਂ। ਦੂਜੀ ਗੱਲ, ਜਿਹੜੀ ਇਹਨਾਂ ਨੇ ਗੱਲ ਆਖੀ ਸੀ 1500 ਰੁਪਇਆ ਸਿੱਧੀ ਬਿਜਾਈ ਦੀ, ਇਹ ਕਹਿ ਰਹੇ ਨੇ ਕਿ ਅਸੀਂ ਕੰਮ ਕਰ ਰਹੇ ਜੀ, ਟਾਈਮ ਥੋੜਾ ਹੈ। ਫਿਰ ਭਾਈ ਬਿਜਾਈ ਕਰਾਉਣੀ ਨਹੀਂ ਸੀ ਸਿੱਧੀ ਪਹਿਲਾਂ। ਕਿਸਾਨ ਫਾਰਮਰ ਨੇ ਤਾਂ ਉਹਦੇ ਤੇ ਨਦੀਨਨਾਸ਼ਕ ਜਿਹੜਾ ਉਹ ਛਿੜਕਾਓ ਕਰਨਾ ਹੈ, ਕਿੱਥੋਂ ਲਿਆਊਗਾ? ਉਹ ਬਜਾ ਤਾਂ ਦਿੱਤਾ, ਉਹਦੀ ਸਾਂਭ ਸੰਭਾਲ ਕਿਵੇਂ ਕਰੂਗਾ? ਜਿਹੜਾ ਤੁਸੀਂ 1500 ਦੇਣਾ ਉਹ ਵੀ ਨਹੀਂ ਦਿੱਤਾ। ਸੋ ਇਸ ਕਰਕੇ ਕਿਰਪਾ ਕਰੋ, ਇਹ ਗਰੇਵਾਲ ਸਾਹਿਬ, ਤੁਸੀਂ ਇਹ ਲੋਕਾਂ ਨੂੰ ਐਵੇਂ ਭਰਮਾਓ ਨਾ, ਉਲਟੇ ਚੱਕਰਾਂ 'ਚ ਨਾ ਪਾਓ। ਜੇ ਤਾਂ ਤੁਸੀਂ ਸਿੱਧੇ ਪੈਸੇ ਪਾਉਣੇ ਆ 5000 ਕਿਸਾਨਾਂ ਦੇ ਖਾਤੇ 'ਚ, ਫੇਰ ਕਹਿਓ ਕਿਸਾਨਾਂ ਨੂੰ ਇਹ ਅੱਗ ਨਾ ਲਾਓ। ਠੀਕ ਹੈ ਗਰੇਵਾਲ ਸਾਹਿਬ, ਇਕੱਠੇ ਕਿਸਾਨਾਂ ਨੂੰ ਆਪਣੇ ਕੰਮ ਕਰਨ ਦਿਓ। ਸਮਾਂ ਖਤਮ ਹੋ ਰਿਹਾ, ਇਕੱਠੇ ਜਵਾਬ ਦਿਓ। ਕਮਲਜੀਤ ਬਰਾੜ, ਇੱਕ ਸੈਕਿੰਡ ਸਰ ਰੁਕੋ, ਥੋੜਾ ਜਿਹਾ ਟਾਈਮ ਦਿਓ, ਮੈਂ ਤੁਹਾਡੇ ਤੋਂ ਰਿਐਕਸ਼ਨ ਲਵਾਂਗਾ ਜ਼ਰੂਰ। ਫਾਈਨਲ ਰਿਐਕਸ਼ਨ ਤੁਹਾਡਾ ਹੋਏਗਾ। ਕਮਲਜੀਤ ਬਰਾੜ। ਗਰੇਵਾਲ ਸਾਹਿਬ ਕਹਿੰਦੇ ਆ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਕਹਿ ਰਹੇ ਆ ਕਿ ਵਿਸ਼ਵਾਸ ਕਰੋ। ਕਿਹਦੇ ਤੇ ਵਿਸ਼ਵਾਸ ਕਰੀਏ? ਜਿਹੜਾ ਮਜੀਠੀਏ ਤੋਂ ਦੋਵੇਂ ਹੱਥ ਬੰਨ੍ਹ ਕੇ ਲੰਮਾ ਪੈ ਕੇ ਮਾਫੀ ਮੰਗਿਆ, ਉਹਦੇ ਤੇ ਵਿਸ਼ਵਾਸ ਕਰੀਏ? ਉਹ ਪੰਜਾਬ ਦਾ ਇੱਕ ਹਿੱਸਾ ਪਾਣੀ 'ਚ ਡੁੱਬਿਆ ਹੋਇਆ, ਪੰਜਾਬ ਦਾ ਇੱਕ ਹਿੱਸਾ ਪਾਣੀ 'ਚ ਡੁੱਬ ਗਿਆ, ਤੇ ਕਿਸਾਨ ਨਰਮਾ ਵਾਹ ਰਹੇ ਆ, ਤੇ ਖੇਤੀਬਾੜੀ ਮੰਤਰੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਅੰਬ ਚੂਪ ਰਿਹਾ, ਮੁਕਾਬਲਿਆਂ 'ਚ ਹਿੱਸਾ ਲੈ ਰਿਹਾ। ਕਿਸਾਨਾਂ ਦੀ ਸਾਰ ਲਓ, ਕਿਸਾਨਾਂ ਕੋਲ ਜਾਓ, ਜਹਾਜ਼ਾਂ 'ਚ ਬੈਠ ਕੇ ਗੇੜੇ ਨਾ ਲਓ। ਅੱਜ ਮਿੱਡਾ ਪਿੰਡ ਗਏ ਸੀਗੇ, ਮਿੱਡਾ ਪਿੰਡ ਲੰਬੀ ਹਲਕੇ ਦਾ, ਉਹਦੇ ਮਿੱਡਾ ਪਿੰਡ ਦੇ ਕਿਸਾਨਾਂ ਦੀ ਵੀਡੀਓ ਆਈ ਆ ਕਿ ਸਾਨੂੰ ਮੁੱਖ ਮੰਤਰੀ ਨੂੰ ਮਿਲ ਨਹੀਂ ਦਿੱਤਾ। ਕਿਸਾਨ ਕਿਵੇਂ ਭਰੋਸਾ ਕਰ ਲੈਣ ਕਿ ਸਾਡੇ ਮਸਲੇ ਹੱਲ ਹੋ ਜਾਣਗੇ? ਉਹਨੂੰ ਮਿਲ ਨਹੀਂ ਦਿੱਤਾ ਜਾ ਰਿਹਾ। ਦੱਸੋ ਮੈਨੂੰ, ਇਹ ਗੱਲ ਤੇ ਇਹ ਗੱਲਾਂ ਜਵਾਬ ਮੰਗਦੀਆਂ ਨੇ। ਇਸ਼ਤਿਹਾਰੀ ਸਰਕਾਰ ਇੱਕ ਫੈਸਲਾ ਦੱਸ ਦੇਣ, ਇੱਕ ਫੈਸਲਾ। ਦੇਖੋ, ਇਹ ਵੀ ਕਹਿ ਰਹੇ ਨੇ ਕਿ ਜਦੋਂ ਤੁਹਾਡੀ ਵੀ ਸਰਕਾਰ 2017 ਦੇ ਵਿੱਚ ਬਣੀ ਹੈ, ਬਰਾੜ ਸਾਹਿਬ ਉਹ ਕਹਿ ਰਹੇ ਨੇ ਕਿ 6 ਮਹੀਨੇ ਤਾਂ ਸਮਝ ਨਹੀਂ ਆ ਰਿਹਾ ਹੁੰਦਾ, ਜਾਂ ਫਿਰ ਆਮ ਤੌਰ ਤੇ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਕਿ ਹਨੀਮੂਨ ਪੀਰੀਅਡ ਹੈ ਸਰਕਾਰ। ਸਮਝ ਨਹੀਂ ਆਉਂਦਾ ਤਾਂ ਕਹਿੰਦੇ ਕਿ 4 ਮਹੀਨੇ 'ਚ ਹੀ ਸਾਡੇ ਤੋਂ ਸਵਾਲ ਜਵਾਬ ਹੋ ਰਹੇ ਨੇ। ਸਮਝ ਨਹੀਂ ਆਉਂਦਾ ਤਾਂ ਛੱਡ ਦੇਣਾ। ਹੁਣ ਗਰੇਵਾਲ ਸਾਹਿਬ ਨੇ ਗੱਲ ਕੀਤੀ ਸੀ ਕਿ ਹਿੰਦੂ ਰਾਸ਼ਟਰ ਬਣਾਉਣ ਲੱਗੀ ਹੈ ਬੀਜੇਪੀ। ਗਰੇਵਾਲ ਸਾਹਿਬ ਕਹਿ ਰਿਹਾ, ਗਰੇਵਾਲ ਸਾਹਿਬ ਤੁਸੀਂ ਦੱਸ ਦਿਓ, ਤੁਹਾਡੀ ਸਰਕਾਰ ਦੇ ਵਿੱਚ ਤੁਹਾਡਾ ਚੀਫ ਸੈਕਟਰੀ ਵੀ ਹਿੰਦੂ ਆ, ਤੁਹਾਡੀ ਸਰਕਾਰ ਦੇ ਡੀਜੀਪੀ ਵੀ ਹਿੰਦੂ ਆ, ਏਜੀ ਪੰਜਾਬ ਵੀ ਤੁਸੀਂ ਹਿੰਦੂ ਲਾਇਆ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬੀਜੇਪੀ ਹਿੰਦੂ ਰਾਸ਼ਟਰ ਬਣਾਉਣ ਵੱਲ ਜਾ ਰਹੀ ਹੈ? ਤੁਹਾਡੀ ਆਪਦੀ ਮਨਸ਼ਾ, ਤੁਹਾਡੀ ਆਪਦੀ ਨੀਤ ਕਿਵੇਂ ਜਗ ਜ਼ਾਹਿਰ ਹੋ ਰਹੀ ਹੈ? ਔਰ ਤੁਸੀਂ ਏਜੀ ਕਿਹੜਾ ਲਾਇਆ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ ਬਚਾ ਰਿਹਾ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਬਚਾ ਰਿਹਾ, ਜਿਹੜਾ ਸੁਮੇਧ ਸੈਣੀ ਜਿਹਦੇ ਹੁਕਮਾਂ ਨਾਲ, ਜਿਹਦੇ ਕਹੇ ਤੇ ਗੋਲੀ ਚੱਲੀ ਆ, ਉਹਨੂੰ ਬਚਾਉਣ ਵਾਲੇ ਨੂੰ ਤੁਸੀਂ ਡੀਜੀਪੀ ਨੂੰ ਏਜੀ ਪੰਜਾਬ ਲਾ ਰਹੇ ਹੋ? ਕਿਵੇਂ ਤੁਹਾਡੇ ਤੇ ਯਕੀਨ ਕਰਿਆ ਜਾਵੇ? ਇੱਕ ਗੱਲ ਤਾਂ ਦੱਸ ਦਿਓ ਨਾ ਵੀ ਇਸ ਗੱਲ ਤੇ ਭਰੋਸਾ ਕਰ ਲਓ। ਦੋ ਗੱਲਾਂ ਤੁਸੀਂ ਕਿਸਾਨਾਂ ਦੀਆਂ ਕਹੀਆਂ
ਅਸੀਂ ਸਿੱਧੀ ਬਜਾਈ ਦੀ ਤੁਸੀਂ ਗੱਲ ਕੀਤੀ ਸੀ, ਮੂੰਗੀ ਤੇ ਐਮਐਸਪੀ ਦੀ ਗੱਲ ਕੀਤੀ ਸੀ, ਉਹ ਤੁਸੀਂ ਨੇਪਰੇ ਚਾੜ ਨਹੀਂ ਸਕੇ। ਔਰ ਕਿਸੇ ਵੀ ਕਿਸਾਨ ਦੇ ਘਰੇ ਖਜ਼ਾਨਾ ਨਹੀਂ ਪਿਆ ਹੁੰਦਾ, ਮਿਹਨਤ ਕਰਨ ਵਾਲੇ ਬੰਦੇ ਦੇ ਘਰੇ ਉਹ ਕੋਈ ਰੋਜ਼ਾਨਾ ਦੀ ਆਮਦਨੀ ਚਲੋ ਮੈਂ ਜਵਾਬ ਲੈ ਲਵਾਂ। ਪੈਸੇ ਖਾਤਿਆਂ 'ਚ ਝੋਨਾ ਵੱਢਣ ਤੋਂ ਪਹਿਲਾਂ ਪਾਉਂਗੇ ਤਾਂ ਅਸੀਂ ਅਸੀਂ ਪ੍ਰੋੜਤਾ ਕਰਾਂਗੇ ਤੁਹਾਡੀ ਗੱਲ ਦੀ ਕਿ ਹਾਂ ਤੁਸੀਂ ਚੰਗਾ ਕੀਤਾ। ਕਿਸਾਨਾਂ ਦੇ ਝੋਨਾ ਵੱਢਣ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ 'ਚ ਚਲੋ ਜਵਾਬ ਲੈ ਲਈਏ। ਠੀਕ ਹੈ, ਜਵਾਬ ਉਹ ਕਹਿ ਰਹੇ ਕਿ ਤੁਸੀਂ ਜਦੋਂ ਝੋਨਾ ਵੱਢਣ ਦੀ ਸ਼ੁਰੂਆਤ ਹੋਵੇ ਉਸੇ ਸਮੇਂ ਪੈਸਾ ਦੇ ਦਿਓ। ਝੋਨਾ ਛੱਡੋ ਜੀ, ਝੋਨਾ ਛੱਡੋ। ਝੋਨਾ ਕਿਉਂ ਛੱਡ ਗਏ? ਇਹ ਕਾਂਗਰਸ ਦੇ ਨੁਮਾਇੰਦੇ ਕਹਿ ਰਹੇ ਆ, ਇਹ ਕਾਂਗਰਸ ਦੇ ਨੁਮਾਇੰਦੇ। ਸੌਰੀ, ਮੈਨੂੰ ਸਹੀ ਸੁਣਿਆ ਗੌਰਵ ਜੀ? ਮੈਂ ਸਹੀ ਸੁਣਿਆ ਸੀਗਾ ਜੀ? ਉਹਨਾਂ ਨੇ ਕਿਹਾ ਫਲਾਣਾ ਹਿੰਦੂ, ਤੁਹਾਡਾ ਜੀ ਹਿੰਦੂ, ਇਹਨਾਂ ਨੇ ਕਿਹਾ ਸੀਗਾ? ਤੁਸੀਂ ਗੱਲ ਕੀਤੀ ਹਿੰਦੂ ਰਾਸ਼ਟਰ ਦੀ, ਬੀਜੇਪੀ ਤੇ ਬਲੇਮ ਕੀਤਾ ਤੁਸੀਂ। ਤੁਸੀਂ ਬੀਜੇਪੀ ਦੇ ਬੜੇ ਹਮਾਇਤੀ ਹੋ ਗਏ ਕਾਂਗਰਸੀ। ਮੈਂ ਤਾਂ ਬੀਜੇਪੀ ਨੂੰ ਅੱਗੇ ਕਿਹਾ ਕਹਿੰਦੇ ਵੀ ਅਸੀਂ ਭਰੋਸਾ ਨਹੀਂ ਕਰ ਸਕਦੇ ਉਹਨਾਂ ਤੇ। 2 ਮਿੰਟ ਚੁੱਪ ਕਰੋ। ਕੰਪੀਟੈਂਸ, ਪੰਜਾਬੀ ਕੰਪੀਟੈਂਸ, ਹਿੰਦੂ, ਸਿੱਖ, ਮੁਸਲਿਮ, ਈਸਾਈ, ਜਿਹੜਾ ਪੰਜਾਬ ਦੀ ਗੱਲ ਕਰਦਾ, ਤੁਸੀਂ ਇੱਥੇ ਕਿਵੇਂ ਆ ਗਏ ਸਰ? ਕਿਵੇਂ ਆ ਗਏ? ਤੁਸੀਂ ਤਾਂ ਐਕਸਪੋਜ਼ ਹੋ ਗਏ ਸਰ, ਤੁਸੀਂ ਐਕਸਪੋਜ਼ ਹੋ ਗਏ। ਸੰਗਰੂਰ 'ਚ ਕੀ ਹੋਇਆ? ਸੰਗਰੂਰ 'ਚ ਕੌਣ ਐਕਸਪੋਜ਼ ਹੋਇਆ? 3 ਮਹੀਨਿਆਂ 'ਚ ਖੜੇ ਆ ਭਾਈ ਸਾਹਿਬ, ਖੜੇ ਆ। ਝੂਠੀਆਂ ਦੇਖੋ, ਆਮ ਆਦਮੀ ਪਾਰਟੀ ਦੇ ਗਾਲੜੀ ਲੋਕ ਇਕੱਠੇ ਹੋਏ ਆ। ਕੋਈ ਤੱਥ ਤਾਂ ਦੇ ਦੇ ਯਾਰ, ਕੋਈ ਤੱਥ ਦੀ ਗੱਲ ਕਰ, ਕੋਈ ਦਲੀਲ ਦੀ ਗੱਲ ਕਰ, ਕੋਈ ਤਰਕ ਦੀ ਗੱਲ ਕਰ। ਗੱਲਾਂ ਹੀ ਮਾਰੀ ਜਾਂਦੇ ਅਸੀਂ ਕਰਾਂਗੇ ਕਰਾਂਗੇ ਕਰਾਂਗੇ। ਇਹ ਤਾਂ ਪਹਿਲਾਂ ਵੀ ਕਹਿੰਦੇ ਰਹੇ ਆ, ਕਾਲੀ ਕਾਂਗਰਸੀ ਕੈਪਟਨ ਵੀ ਕਹਿੰਦੇ ਰਹੇ ਕਰਾਂਗੇ, ਬਾਦਲ ਵੀ ਕਹਿੰਦੇ ਰਹੇ ਕਰਾਂਗੇ। ਵਾਅਦੇ ਕਰ ਲਏ ਬਹੁਤ ਸਾਰੇ, ਉਹਨਾਂ ਨੂੰ ਪਤਾ ਨਹੀਂ ਅੰਜਾਮ ਕਿਵੇਂ ਲੈ ਕੇ ਆਉਣਾ। ਕਰਾਂਗੇ ਨਾ ਕਿਉਂ? ਕਰਿਆ ਕੀ ਇਹ ਦੱਸ ਦਿਓ। 4 ਮਹੀਨਿਆਂ 'ਚ ਇੱਕ ਕੰਮ ਦੱਸ ਦਿਓ ਜਿਹੜਾ ਲਾਗੂ ਕੀਤਾ ਫੈਸਲਾ। 4 ਮਹੀਨਿਆਂ 'ਚ ਇੱਕ ਫੈਸਲਾ ਦੱਸੋ ਨਾ। ਲੋਕਾਂ ਤੱਕ ਨਹੀਂ ਪਹੁੰਚ ਰਹੀ ਹੋਈ। ਕੰਪਲੀਟ ਕਰ ਲਓ ਸਰ, 10 ਸੈਕਿੰਡ ਹੈ ਮੇਰੇ ਕੋਲ ਸਿਰਫ। ਮੈਨੂੰ ਕਰਨ ਦਿਓ ਜੀ। ਬਿਜਲੀ ਫ੍ਰੀ ਹੋ ਗਈ, ਮਹੱਲਾ ਕਲੀਨਿਕ ਬਣ ਗਏ, 1000 ਰੁਪਇਆ ਆਫਰ ਕਰਤਾ। ਹਿੰਦੂ, ਸਿੱਖ, ਮੁਸਲਮਾਨ ਤੋਂ ਪੰਜਾਬ ਨੂੰ ਬਾਹਰ ਕੱਢ ਰਹੇ ਆ। ਇਹਨਾਂ ਤਿੰਨਾਂ ਦਾ ਏਜੰਡਾ ਸਮਝ ਆ ਗਿਆ। ਸੰਗਰੂਰ ਤੇ ਲੱਗ ਗਿਆ। ਲਓ ਦੂਜਾ ਬੋਲੂ, ਸੰਗਰੂਰ ਤੇ ਆ ਗਏ ਤੁਸੀਂ। ਇੱਕ ਮਾਂ ਦਾ ਪੁੱਤ ਮਰਵਾ ਕੇ, ਹਿੰਦੂ ਸਿੱਖ ਕਰਾ ਕੇ ਇੱਕ ਸੀਟ। ਸਰਕਾਰ ਕਿਹਦੇ ਚ ਮਰਿਆ ਮਾਂ ਦਾ ਪੁੱਤ? ਸਿਕਿਉਰਿਟੀ ਕਿਹਨੇ ਵਾਪਸ ਲਈ? ਉਹਦੀ ਸਿਕਿਉਰਿਟੀ ਵਾਪਸ ਲੈ ਕੇ ਐਡ ਕਿਹਨੇ ਕੀਤੀ? ਸੋਸ਼ਲ ਮੀਡੀਆ ਤੇ ਰੌਲਾ ਕਿਹਨੇ ਪਾਇਆ? ਯਾਰ ਗੱਲਾਂ ਨਾ ਕਰੋ, ਦਲੀਲ ਨਾਲ ਜਵਾਬ ਦਿਓ। ਗਰੇਵਾਲ ਸਾਹਿਬ ਅਸੀਂ ਸੁਣ ਲਾਂਗੇ। ਝੂਠ ਨਹੀਂ ਸੁਣਿਆ ਜਾਂਦਾ, ਝੂਠ ਨਹੀਂ ਸੁਣਿਆ ਜਾਂਦਾ ਸਾਥੀਓ। ਦਲੀਲ ਨਾਲ ਜਵਾਬ ਦਿਓ, ਸੁਣਾਂਗੇ। ਦਲੀਲ ਸੁਣੋ। ਠੀਕ ਹੈ, ਸਮਾਂ ਖਤਮ ਹੈ ਮੇਰੇ ਕੋਲ। ਇੱਕ ਮਿੰਟ, 4 ਐਸਪੀਆਂ ਨੂੰ ਕਿਹਾ ਹੁੰਦਾ ਡਾਂਗਾ ਮਾਰੋ ਕਾਂਗਰਸੀਆਂ ਦੇ, ਡਾਂਗਾ ਮਾਰੋ ਅਕਾਲੀਆਂ ਦੇ, ਡਾਂਗਾ ਮਾਰੋ ਭਾਜਪਾਈਆਂ ਦੇ। 10,000 ਵੋਟ ਤਾਂ ਉਹੀ ਹੋ ਜਾਂਦੀ। ਅਸੀਂ ਫ੍ਰੀ ਐਂਡ ਫੇਅਰ ਪੋਲ ਕਰਾਇਆ, ਤੁਸੀਂ ਕਤਲ ਕਰਾ ਕੇ। ਯਾਰ ਨਾਮ ਤਾਂ ਭਗਵੰਤ ਮਾਨ, ਉਹ ਸਟਿੱਪੜੀ ਕਹਿੰਦੇ ਦੇਖੋ ਡੀਰੇਲ ਵੀ ਹੋ ਗਈ ਹੈ। ਚਲੋ ਮੈਂ ਮਾਫੀ ਚਾਹੂੰਗਾ, ਮੇਰੇ ਵਿਚਾਲੇ ਰੋਕਣਾ ਹੋਏਗਾ। ਲੋਕ ਨਹੀਂ ਵੋਟਾਂ ਪਾਉਂਦੇ। ਕਮਲਜੀਤ ਬਰਾੜ ਜੀ, ਗਰੇਵਾਲ ਸਾਹਿਬ ਮੈਂ ਵਿਚਾਲੇ ਰੋਕੂੰਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਹੈ। ਮਾਫੀ ਚਾਹੂੰਗਾ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਆਮ ਤੌਰ ਤੇ ਹੁੰਦਾ ਕਿ ਜਦੋਂ ਆਪਾਂ ਇੱਕ ਮੁੱਦੇ ਨੂੰ ਲੈ ਕੇ ਚਰਚਾ ਸ਼ੁਰੂ ਕਰਦੇ ਹਾਂ, ਉਹ ਦੂਸਰੇ ਪਾਸੇ ਜ਼ਰੂਰ ਚਲੀ ਜਾਂਦੀ ਹੈ। ਪਰ ਗੱਲ ਕਿਸਾਨਾਂ ਦੀ ਪਰਾਲੀ ਦੀ ਸਮੱਸਿਆ ਦੀ ਤੇ ਦੂਜੇ ਪਾਸੇ ਧੂਏ ਦੀ ਸਮੱਸਿਆ ਦੀ ਵੀ। ਪਰ ਉਮੀਦ ਕਰਦੇ ਹਾਂ ਕਿ ਇਸ ਪ੍ਰਪੋਜ਼ਲ ਦੇ ਜ਼ਰੀਏ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਪਰ ਸਿਰਫ ਪ੍ਰਪੋਜ਼ਲ ਤੱਕ ਸੀਮਿਤ ਨਹੀਂ, ਬਲਕਿ ਦੂਜੇ ਪਾਸੇ ਕਿਸਾਨਾਂ ਨੂੰ ਮਸ਼ੀਨਾਂ ਵੀ ਮੁਹੱਈਆ ਕਰਵਾਉਣੀਆਂ ਹੋਣਗੀਆਂ। ਇਸ ਚਰਚਾ ਦਾ ਇੱਕ ਨਿਚੋੜ ਇਹ ਵੀ ਨਿਕਲਿਆ ਹੈ ਕਿ ਮਸ਼ੀਨਾਂ ਵੱਡੇ ਪੱਧਰ ਦੇ ਉੱਤੇ ਚਾਹੀਦੀਆਂ ਨੇ। ਪੁਆਇੰਟ ਨੰਬਰ 2, ਜਦੋਂ ਝੋਨੇ ਦੀ ਵਾਢੀ ਸ਼ੁਰੂ ਹੋ ਜਾਵੇ ਉਸੇ ਸਮੇਂ ਪੈਸੇ ਚਾਹੀਦੇ ਨੇ। ਪੁਆਇੰਟ ਨੰਬਰ 3 ਜੋ ਅਹਿਮ ਹੈ ਕਿਸਾਨਾਂ ਦੇ ਲਈ, ਸਰਕਾਰ ਦੇ ਨੁਮਾਇੰਦੇ ਦਾਅਵਾ ਕਰਕੇ ਗਏ ਨੇ ਕਿ 2500 ਰੁਪਏ ਵਾਲਾ ਪ੍ਰਪੋਜ਼ਲ ਹੈ, 1500 ਰੁਪਏ ਕੇਂਦਰ ਦੀ ਸਰਕਾਰ ਤੋਂ ਲੈਣੇ ਨੇ। ਜੇ ਕੇਂਦਰ ਦੀ ਸਰਕਾਰ ਰਾਜ਼ੀ ਨਹੀਂ ਹੁੰਦੀ ਤਾਂ 1000 ਰੁਪਇਆ 500 ਦਿੱਲੀ ਵਾਲਿਆਂ ਦਾ ਤੇ 500 ਪੰਜਾਬ ਵਾਲਿਆਂ ਦਾ ਉਹ ਕਿਸਾਨਾਂ ਨੂੰ ਪ੍ਰਤੀ ਏਕੜ ਜ਼ਰੂਰ ਪਹੁੰਚੇਗਾ। ਪਰ ਉਮੀਦ ਕਰਦੇ ਹਾਂ ਕਿ ਜਲਦ ਇਸ ਪੂਰੇ ਮਸਲੇ ਦਾ ਹੱਲ ਕੱਢਿਆ ਜਾਵੇ ਔਰ ਪਰਾਲੀ ਦੇ ਮੁੱਦੇ ਤੋਂ, ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।